का खालसा वाहिगुरु जी की फतेह। संगत जी जी आया नू, जी आया नू, जी आया नू। शुक्र है वाहिगुरु जी का, शुक्र है, शुक्र है। तो संगत जी अज का जो टॉपिक लिया है वो है सैल्फ लव। बहुत तुसीं इहदे बारे सुनिया होएगा, ये सैल्फ लव बारे की है सैल्फ लव और ये किवें बनता है। सैल्फ लव है कि बनता किवें है, अगर सैल्फ लव ना होवे तो की कमियां आ जांदियां ने साडे जीवन दे विच, अगर ये और फिर इनू किवें जिहड़ा सैल्फ लव दे विच असीं आ जाइए। है की है सैल्फ लव, इहदियां बहुत सारियां डेफिनेशनस दित्तियां ने विद्वानां ने, बड़ियां खोजां ने, इहदे ते बड़ियां रिसर्चस ने, यूनीवर्सिटी दियां भी, साइकोलॉजिस्ट दियां भी, और ਜਿਹੜੇ ਮਨ ਦੇ ਉੱਤੇ ਬਹੁਤ ਗਹਿਰਾਈਆਂ ਵਿੱਚ 50-50 ਸਾਲਾਂ ਤੋਂ ਲੱਗੇ ਹੋਏ ਕੰਮ ਕਰਨ, ਉਹਨਾਂ ਦੀਆਂ ਵੀ ਰਿਸਰਚਸ ਨੇ। ਤੋ ਥੋੜੇ ਜਿਹਾ ਮੈਂ ਨਾਮ ਲਵਾਂਗੀ ਆਪ ਜੀ ਦੇ ਨਾਲ, ਕਿਹੜੀਆਂ ਯੂਨੀਵਰਸਿਟੀਜ਼ ਤੋਂ ਅਸੀਂ ਲਿਆ, ਬਾਕੀ ਬਹੁਤ ਨੇ, ਇੰਨਾ ਨਹੀਂ ਦੱਸਿਆ ਜਾ ਸਕਦਾ। ਜਾਂ ਮੈਂ ਸਟੈਨਫੋਰਡ ਯੂਨੀਵਰਸਿਟੀ ਕੈਲੀਫੋਰਨੀਆ, यूनिवर्सिटी ऑफ टेक्सास, तो और साउथ वेस्ट यूनिवर्सिटी ऑफ चाइना दी है, चंग यूनिवर्सिटी है। तो इन्हां दियां सारियां दियां बड़ियां काफ़ी लंबे सालां दियां रिसर्चस ने सैल्फ लव बारे की कहंदे ने, विद्वान की कहंदे ने, साइकोलॉजिस्ट की कहंदे ने। वो कहंदे आ सैल्फ लव हैगा आ कि सैल्फ ट्रांसफॉर्मेशन, ਅਸੀਂ ਆਪਣੇ ਆਪ ਨੂੰ ਜਿਹੜਾ ਬਦਲ ਲੈਣਾ ਨਾ, ਮਤਲਬ ਕਿੱਥੇ ਤੱਕ ਬਦਲ ਕੇ ਲੈ ਜਾਣਾ, ਆਪ ਸਾਡੀ ਜਿਹੜੀ ਟਰੂ ਸੈਲਫ ਆ, ਜਿਹੜਾ ਹੂ ਆਈ ਐਮ, ਉੱਥੇ ਤੱਕ ਪਹੁੰਚ ਜਾਣਾ ਹੀ ਸਮਝ ਲਓ ਸੈਲਫ ਲਵ ਆ। ਇਹ ਸਾਡੀ ਇੱਕ ਜਰਨੀ ਹੈ ਸੈਲਫ ਲਵ ਦੇ ਥਰੂ, ਜਿਹੜਾ ਕਿ ਅਸੀਂ ਆਪਣੇ ਆਪ ਤੱਕ ਪਹੁੰਚਣਾ ਹੈ। ਹੋਰ ਇਹ ਕਹਿੰਦੇ ਨੇ ਸੈਲਫ ਲਵ ਜਿਹੜੀ ਹੈ ਰਿਫਲੈਕਟ ਕਰਦੀ ਹੈ ਕਿ ਤੁਹਾਡੀ ਸੋਲ ਹੈਲਥ ਨੂੰ, ਤੁਹਾਡੀ ਰੂਹ ਦੀ ਜਿਹੜੀ ਸਿਹਤ ਆ, ਤੰਦਰੁਸਤੀ ਆ, ਉਹਨੂੰ ਰਿਫਲੈਕਟ ਕਰਦੀ ਹੈ ਸੈਲਫ ਲਵ ਜਿਹੜਾ ਰਿਫਲੈਕਟ ਕਰਦਾ। ਸੈਲਫ ਲਵ ਮੀਨਸ ਸੈਲਫ ਡਿਸਿਪਲਿਨ, ਆਪਣੇ ਆਪ ਨੂੰ ਡਿਸਿਪਲਿਨ ਵਿੱਚ ਰੱਖਣਾ, ਇੱਕ ਸੰਜਮ ਦੇ ਵਿੱਚ ਰੱਖਣਾ, ਉਹ ਵੀ ਸੈਲਫ ਲਵ ਦਾ ਹੀ ਹਿੱਸਾ ਆ ਜਾਂਦਾ ਆ। ਫਿਰ ਕਹਿੰਦੇ ਨੇ ਸੈਲਫ ਲਵ ਦਾ ਮਤਲਬ ਆ ਕਿ ਨੋਟ ਸੈਟਿੰਗ ਫॉर ਲੈਸ ਦੈਨ ਯੂ ਡਿਜ਼ਰਵ। ਜੋ ਤੁਸੀਂ ਡਿਜ਼ਰਵ ਕਰਦੇ ਹੋ, ਡਿਜ਼ਰਵ ਤਾਂ ਅਸੀਂ ਕਰਦੇ ਹਾਂ ਰੱਬ ਦਾ ਰੂਪ ਹੋਣ ਦੇ ਲਈ, ਉਹ ਤੋਂ ਘੱਟ ਸਮਝੌਤਾ ਨਹੀਂ ਕਰਨਾ। ਮਤਲਬ ਲੱਗੇ ਰਹਿਣਾ ਤਾਂ ਕਿ ਉਸ ਉੱਥੇ ਤੱਕ ਅਸੀਂ ਪਹੁੰਚ ਪਾਈਏ। ਤਾਂ ਸੈਲਫ ਲਵ ਮੀਨਸ ਟੂ ਕਿੰਗ ਕੇਅਰ ਆਫ ਯੋਰ ਓਨ ਵੈਲ ਬੀਇੰਗ ਐਂਡ ਹੈਪੀਨੈਸ। ਜਿਹੜਾ ਅੰਦਰੋਂ ਹੀ ਅਸੀਂ ਖੁਸ਼ ਰਹੀਏ ਤੇ ਅੰਦਰੋਂ ਹੀ ਅਸੀਂ ਤੰਦਰੁਸਤ ਰਹੀਏ, ਉੱਥੇ ਤੱਕ ਪਹੁੰਚਣਾ ਜਾਂ ਉਹ ਅਨੁਭਵ ਕਰਨਾ ਹੀ ਸੈਲਫ ਲਵ ਹੈ। ਹੁਣ ਇਹ ਸੈਲਫ ਲਵ ਉਹ ਕਹਿੰਦੇ ਨੇ ਵੀ ਆਹ ਚੀਜ਼ਾਂ ਦੇ ਨਾਲ ਬਣਦਾ, ਮਤਲਬ ਆ ਅੰਦਰ ਆਪਣੇ ਜਿਹੜੇ ਗੁਣ ਹੁੰਦੇ ਜਿਨ੍ਹਾਂ ਦੇ ਨਾਲ ਬਣਦਾ ਆ। ਇਹ 4-5 ਚੀਜ਼ਾਂ ਉਹਨੇ ਦੱਸੀਆਂ। ਇੱਕ ਹੈਗਾ ਸੈਲਫ ਚੈਰਿਸ਼ਿੰਗ, ਮਤਲਬ ਆਪਣੇ ਆਪ ਨੂੰ ਜਦੋਂ ਅਸੀਂ ਪੋਸ਼ਿਤ ਕਰਦੇ ਹਾਂ, ਆਪਣੇ ਆਪ ਨੂੰ ਪੋਸ਼ਣ ਦਿੰਦੇ ਹਾਂ ਪ੍ਰੋਟੈਕਸ਼ਨ ਨਾਲ ਔਰ ਆਪਣੀ ਸੈਲਫ ਕੇਅਰ ਦੇ ਨਾਲ। ਔਰ ਸੈਲਫ ਐਕਸੈਪਟੈਂਸ, ਇਹਦਾ ਹੀ ਹਿੱਸਾ ਆ ਸੈਲਫ ਲਵ ਦਾ। ਅਸੀਂ ਜਿਹੋ ਜਿਹੇ ਵੀ ਹਾਂ ਨਾ, ਉਹਨੂੰ ਜਿਹੜਾ ਆ ਐਕਸੈਪਟ ਕਰ ਲੈਣਾ। ਬਹੁਤ ਦੁਨੀਆ ਕਰ ਨਹੀਂ ਪਾਉਂਦੀ। ਕੋਈ ਕਹਿੰਦਾ ਮੈਂ ਸੋਹਣਾ ਨਹੀਂ ਹੈ, ਕੋਈ ਕਹਿੰਦਾ ਮੇਰੀਆਂ ਅੱਖਾਂ ਨਹੀਂ ਸੋਹਣੀਆਂ, ਮੈਂ ਮੋਟਾ ਆ, ਮੇਰਾ ਰੰਗ ਨਹੀਂ ਸੋਹਣਾ। ਇਹ ਅਸੀਂ ਆਪਣੇ ਆਪ ਨੂੰ ਐਕਸੈਪਟ ਨਹੀਂ ਕਰਦੇ, ਆਪਣੇ ਹੈਬਿਟਸ ਨੂੰ ਵੀ ਨਹੀਂ ਕਰਦੇ। ਸੋ ਕਹਿੰਦੇ ਨੇ ਐਕਸੈਪਟੈਂਸ। ਔਰ ਨਾਲ ਹੋਰ ਹੈਗਾ ਸੈਲਫ ਰੈਸਟੋਰੈਂਟ, ਸੰਜਮ ਦੇ ਵਿੱਚ ਰਹਿਣਾ, ਇਹ ਵੀ ਇਹਦਾ ਸੈਲਫ ਲਵ ਦਾ ਹੀ ਹਿੱਸਾ ਆ। ਹੋਰ ਹੈਗਾ ਸੈਲਫ ਰਿਸਪੌਂਸਿਬਿਲਿਟੀ, ਆਪਣੇ ਆਪ ਦੀ ਜ਼ਿੰਮੇਵਾਰੀ ਲੈਣੀ। ਅਸੀਂ ਆਪਣੇ ਆਪ ਦੀ ਜ਼ਿੰਮੇਵਾਰੀ ਨਹੀਂ ਲੈਂਦੇ, ਅਸੀਂ ਤਾਂ ਬਲੇਮ ਕਰੀ ਜਾਂਦੇ ਹਾਂ, ਮੇਰੇ ਮਾਂ-ਬਾਪ ਨੇ ਨਹੀਂ ਆਹ ਸਿਖਾਇਆ, ਸੁਸਾਇਟੀ ਨੇ ਨਹੀਂ ਉਹ ਕੀਤਾ, ਇਉਂ। ਸੋ ਆਪਣੀ ਰਿਸਪੌਂਸਿਬਿਲਿਟੀ ਜਿਹੜੀ ਲੈ ਲੈਣੀ। ਔਰ ਸੈਲਫ ਅਗਲਾ ਹੈਗਾ ਆਤਮ ਦ੍ਰਿੜਤਾ, ਆਪਣਾ ਜਿਹੜਾ ਆਤਮ ਦ੍ਰਿੜਤਾ ਸਾਡੇ ਕੋਲ ਹੋਣੀ ਚਾਹੀਦੀ ਔਰ ਇਹ ਬਾਰ-ਬਾਰ ਹੋਣੀ ਚਾਹੀਦੀ ਆ। ਤੇ ਫੈਮਿਲੀ ਲਵ ਵੀ ਜਿਹੜਾ ਆ ਉਹ ਸੈਲਫ ਲਵ ਦੇ ਵਿੱਚ ਹੀ ਆਉਂਦਾ ਆ, ਜਿੱਥੇ ਕਿ ਫੈਮਿਲੀ ਦੇ ਵਿੱਚ ਆਪਣੀ ਅਸੀਂ ਰਿਸਪੌਂਸਿਬਿਲਿਟੀ ਲੈਂਦੇ ਹਾਂ ਕਿ ਮੇਰੀ ਵੀ ਰਿਸਪੌਂਸਿਬਿਲਿਟੀ ਹੈ ਆਪਣੇ ਆਪ ਦੀ, ਔਰ ਬੋਝ ਨਹੀਂ ਬਣਦੇ ਪਰਿਵਾਰ ਦੇ ਉੱਤੇ, ਔਰ ਪਰਿਵਾਰ ਦੀ ਫੈਮਿਲੀ ਦੀ ਟੇਕ ਕੇਅਰ ਵੀ ਕਰਦੇ ਹਾਂ। ਇਹ ਵੀ ਸੈਲਫ ਲਵ ਦੇ ਵਿੱਚ ਹੀ ਆਉਂਦਾ ਹੈ। ਤੇ 3 ਟਾਈਪਸ ਦੇ ਸੈਲਫ ਲਵ ਨੇ, ਇਹਨਾਂ ਨੇ ਡਿਫਾਈਨ ਕੀਤੇ ਨੇ ਰਿਸਰਚਰਸ ਨੇ। ਇੱਕ ਹੈਗਾ ਪਹਿਲਾਂ ਫਿਜ਼ੀਕਲ ਲੈਵਲ ਦੇ ਉੱਤੇ, ਉਹਦੇ ਵਿੱਚ ਹੈਗਾ ਆ ਵੀ ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖਦੇ ਹੋ।
ਫਿਰ ਉਹੀ ਗੱਲ ਆ ਗਈ ਜਿਹੜੀ ਪਹਿਲਾਂ ਕਿਵੇਂ ਦੇਖਦੇ ਹੋ ਆਪਣਿਆਂ ਨੂੰ, ਕਈ ਕਹਿੰਦੇ ਨਹੀਂ ਮੈਂ ਸੋਹਣਾ ਨਹੀਂ, ਕਈ ਕਹਿੰਦੇ ਮੈਂ ਬੜਾ ਸੋਹਣਾ ਆ, ਹੈ ਜਾਂ ਮੇਰਾ ਆ ਨਹੀਂ ਠੀਕ, ਆ ਨਹੀਂ ਠੀਕ, ਜਾਂ ਮੇਰਾ ਇਉਂ ਹੈ। ਤਾਂ ਉਹ ਕਿਵੇਂ ਦੇਖਦੇ ਹੋ, ਇਹ ਵੀ ਇਹਦੇ ਵਿੱਚ ਹੀ ਆਉਂਦਾ। ਦੂਸਰਾ ਹੈਗਾ ਆ ਮੈਂਟਲ ਲੈਵਲ ਤੇ, ਉਹਦੇ ਵਿੱਚ ਹੈਗਾ ਆ ਵੀ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ। ਆਪਣੇ ਬਾਰੇ ਕੀ ਸੋਚਦੇ ਹੋ, ਪਹਿਲਾਂ ਹੈਗਾ ਸੀ ਤੁਸੀਂ ਆਪਣੇ ਆਪ ਨੂੰ ਦੇਖਦੇ ਕਿਵੇਂ ਹੋ, ਮੈਂਟਲ ਲੈਵਲ ਤੇ ਆ ਗਿਆ ਵੀ ਆਪਣੇ ਬਾਰੇ ਸੋਚਦੇ ਕੀ ਹੋ, ਔਰ ਸਾਈਕੋਲੋਜੀਕਲ ਲੈਵਲ ਦੇ ਉੱਤੇ ਆ ਗਿਆ ਵੀ ਤੁਸੀਂ ਆਪਣੇ ਆਪ ਨੂੰ ਟ੍ਰੀਟ ਕਿਵੇਂ ਕਰਦੇ ਹੋ, ਆਪਣੇ ਆਪ ਦੇ ਨਾਲ ਤੁਹਾਡਾ ਵਰਤਾਰਾ ਕੀ ਹੈ, ਬਿਹੇਵੀਅਰ ਕੀ ਹੈ, ਕਿਵੇਂ ਟ੍ਰੀਟ ਕਰਦੇ ਹੋ ਆਪਣੇ ਆਪ ਨੂੰ, ਸੈਲਫ ਰਿਸਪੈਕਟ ਦਿੰਦੇ ਹੋ ਆਪਣੇ ਆਪ ਨੂੰ ਕਿ ਨਹੀਂ। ਇਹ ਅਸੀਂ ਹੁਣ ਅਸੀਂ ਖੁੱਲ ਕੇ ਵਿਚਾਰਾਂ ਹੋਰ ਕਰਾਂਗੇ। ਤਾਂ ਸੈਲਫ ਲਵ ਤਾਂ ਉਹ ਕਹਿੰਦੇ ਸੈਲਫ ਲਵ ਤਾਂ ਇੱਕ ਫਿਊਲ ਹੈ ਜਿਹੜਾ ਕਿ ਸਾਨੂੰ ਉਡਾਰੀਆਂ ਮਤਲਬ ਹਲਕਾ ਕਰ ਦਿੰਦਾ, ਲਾਈਟ ਕਰ ਦਿੰਦਾ ਆ, ਔਰ ਉਸ ਲੈਵਲ ਤੱਕ ਸਾਨੂੰ ਪਹੁੰਚਾ ਸਕਦਾ ਆ ਜੋ ਜਿੱਥੇ ਤੱਕ ਅਸੀਂ ਪਹੁੰਚਣ ਦੇ ਲਈ ਇਹ ਸਾਡੀ ਜਰਨੀ ਹੈ, ਇਹ ਜੀਵਨ ਦੀ ਯਾਤਰਾ ਜਿਹੜੀ ਸਾਨੂੰ ਇਹ ਮਿਲਿਆ ਸਫ਼ਰ ਕਰਨ ਦੇ ਲਈ, ਇਹ ਬਾਡੀ ਮਿਲੀ ਹੈ ਇਸ ਸੋਲ ਨੂੰ। ਤਾਂ ਕਹਿੰਦੇ ਇੱਕ ਫਿਊਲ ਆ ਸੈਲਫ ਲਵ ਜਿਹੜਾ ਹੈ। ਤੇ ਸੈਲਫ ਲਵ ਤਾਂ ਜਿਹੜਾ ਹੈ ਇਵੋਲਵਿੰਗਨੈਸ ਹੈ, ਵਿਕਾਸਵਾਦ ਹੈ, ਸਾਡਾ ਵਿਕਾਸ ਹੋਣਾ, ਜਿਹਨੂੰ ਵਿਕਾਸ ਗੁਰਬਾਣੀ ਵਿੱਚ ਕਿਹਾ ਨਾਨਕ ਭਗਤਾਂ ਸਦਾ ਵਿਕਾਸ, ਇਹ ਉਹ ਹੈ। ਤੋ ਅਗਰ ਸੈਲਫ ਲਵ ਨਹੀਂ ਹੁੰਦਾ ਸਾਡੇ ਜੀਵਨ ਦੇ ਵਿੱਚ, ਲਵ ਤਾਂ ਪਿਆ ਪਰ ਅਸੀਂ ਉੱਥੇ ਤੱਕ ਨਹੀਂ ਪਹੁੰਚਦੇ, ਉਹਨੂੰ ਨਹੀਂ ਫੀਲ ਕਰਦੇ, ਉਹਦੇ ਵਿੱਚ ਨਹੀਂ ਜਿਉਂਦੇ, ਤਾਂ ਫਿਰ ਕਿਹੜੇ ਕਿਹੜੇ ਸਾਨੂੰ ਨੁਕਸਾਨ ਹੋ ਜਾਂਦੇ ਨੇ। ਇੱਕ ਤਾਂ ਸਟ੍ਰੈਸ ਬਹੁਤ ਰਹਿੰਦਾ ਉਹਦੇ ਜੀਵਨ ਦੇ ਵਿੱਚ, ਜਿਹਦੇ ਕੋਲ ਸੈਲਫ ਲਵ ਨਹੀਂ ਹੁੰਦਾ। ਤੇ ਹੋਰ ਉਹਦੇ ਵਿੱਚ ਕੀ ਹੁੰਦਾ ਆ, ਲੋ ਸੈਲਫ ਅਸਟੀਮ, ਉਹਦਾ ਆਤਮ ਸਨਮਾਨ ਜਿਹੜਾ ਉਹ ਨੀਵਾਂ, ਮਤਲਬ ਆਪਣੇ ਆਪ ਨੂੰ ਫੀਲ ਕਰਦਾ ਉਹ ਲੋ ਸੈਲਫ ਅਸਟੀਮ। ਇਹ ਹੁਣ ਜਿਹੜੀਆਂ ਰਿਸਰਚਰਸ ਕਹਿੰਦੀਆਂ ਨੇ, ਇਹ ਕਹਿੰਦੀਆਂ ਨੇ ਲੈਕ ਆਫ ਸੈਲਫ ਲਵ ਇਜ਼ ਅਫੈਕਟਿੰਗ ਪੀਪਲ ਔਨ ਦ ਵਰਲਡ। 80% 85% ਸੰਸਾਰ ਦੇ ਲੋਕਾਂ ਨੂੰ ਉਹਨੇ ਪ੍ਰਭਾਵਿਤ ਕਰ ਦਿੱਤਾ, ਕਮੀ ਨੇ, ਸੈਲਫ ਲਵ ਦੀ ਕਮੀ ਨੇ। ਮਤਲਬ ਇੰਨੇ ਲੋਕਾਂ ਦੇ ਵਿੱਚ ਕਮੀ ਹੈ ਸੈਲਫ ਲਵ ਦੀ, 85% ਸੰਸਾਰ ਦੇ ਲੋਕਾਂ ਦੇ ਵਿੱਚ। ਔਰ ਉਹ ਫਿਰ ਉਹਦੇ ਵਿੱਚੋਂ ਕਹਿੰਦੇ ਨੇ ਹੁਣ ਅਗਰ ਸਕੂਲਾਂ ਦੀ ਵੀ ਰਿਸਰਚਸ ਹੋਈਆਂ, ਯੂਨੀਵਰਸਿਟੀਜ਼ ਦੇ ਵਿੱਚ ਵੀ ਗਏ, ਆਮ ਲੋਕਾਂ ਕੋਲ ਵੀ ਗਏ, ਬਹੁਤ ਲੰਬੀਆਂ ਲੰਬੀਆਂ ਇਹਨਾਂ ਦੀਆਂ ਖੋਜਾਂ ਨੇ, ਤਾਂ ਉਹ ਕਹਿੰਦੇ ਨੇ ਕਿ 7 in 10 ਗਰਲਸ, ਮਤਲਬ 10 ਲੜਕੀਆਂ ਵਿੱਚੋਂ ਜਿਹੜੀਆਂ 7 ਲੜਕੀਆਂ ਆ, ਉਹ ਇਹ ਸੋਚਦੀਆਂ ਆ ਵੀ ਉਹ ਬਿਲੀਵ ਕਰਦੀਆਂ that they are not good enough, including their looks, performance, relationship, friends, family। ਮਤਲਬ ਉਹ ਕਹਿੰਦੇ ਅਸੀਂ ਚੰਗੀਆਂ ਨਹੀਂ, ਨਾ ਰਿਸ਼ਤੇ ਬਣਾਉਣ ਵਿੱਚ, ਨਾ ਅਸੀਂ ਫੈਮਿਲੀ ਦੇ ਲਈ, ਨਾ ਸਾਡੀ ਲੁੱਕ ਅੱਛੀ ਆ, ਇਉਂ ਅੰਦਰੋਂ ਜਿਹੜੀਆਂ ਲੋ ਸੈਲਫ ਅਸਟੀਮ ਨੂੰ ਫੀਲ ਕਰਦੀਆਂ, 10 ਵਿੱਚੋਂ 7 ਲੜਕੀਆਂ। ਬॉयਜ਼ ਦੇ ਵੀ ਇਹਨਾਂ ਨੇ ਬਹੁਤ ਕੀਤਾ। ਸੋ ਉਹ ਕਹਿੰਦੇ 50% ਮੈਂਟਲ ਡਿਸਆਰਡਰ ਜਿਹੜਾ ਆ ਨਾ, ਉਹਦੇ ਉਹ ਕਦੋਂ ਹੋ ਜਾਂਦਾ ਸ਼ੁਰੂ ਲੋਕਾਂ ਵਿੱਚ, 14 ਸਾਲ ਦੀ ਉਮਰ ਤੋਂ, ਔਰ 75% ਜਿਹੜਾ ਐਸਟੈਬਲਿਸ਼ ਹੋ ਜਾਂਦਾ 24 ਸਾਲਾਂ ਦੀ ਉਮਰ ਤੋਂ। ਇਹਦਾ ਮਤਲਬ ਹੈ ਕਿ 14 ਸਾਲਾਂ ਦੀ ਉਮਰ ਤੋਂ ਹੀ ਬੰਦਾ ਜਿਹੜਾ ਅੰਦਰੋਂ ਦੁਖੀ ਰਹਿਣ ਲੱਗ ਜਾਂਦਾ, ਲੋ ਫੀਲ ਕਰਨ ਲੱਗ ਜਾਂਦਾ, ਸੈਲਫ ਲਵ ਨਹੀਂ ਫੀਲ ਕਰ ਪਾਉਂਦਾ। ਇਹ ਹੁਣ ਸੰਸਾਰ ਦਾ ਹਾਲ ਹੋ ਚੁੱਕਾ ਹੈ। ਔਰ ਕਹਿੰਦੇ ਨੇ ਡਿਪਰੈਸ਼ਨ ਦਾ ਵੱਡਾ ਕਾਰਨ ਇਹੀ ਹੈ ਕਿ ਲੈਕ ਆਫ ਸੈਲਫ ਲਵ। ਔਰ ਜਿਹੜੇ ਸੁਸਾਈਡਲ ਵੀ ਹੋ ਜਾਂਦੇ ਨੇ ਉਹ ਵੀ ਇਹਦੀ ਕਮੀ ਦੇ ਕਾਰਨ, ਲੈਕ ਆਫ ਸੈਲਫ ਲਵ ਦੀ ਕਮੀ ਦੇ ਕਾਰਨ। ਔਰ ਜਿੰਨੀਆਂ ਵੀ ਬਿਮਾਰੀਆਂ ਲੱਗਦੀਆਂ ਨੇ ਭਿਆਨਕ ਤੋਂ ਭਿਆਨਕ, ਉਹਦੇ ਪਿੱਛੇ ਕਿਤੇ ਨਾ ਕਿਤੇ ਇਹੀ ਇੱਕ ਵੱਡਾ ਕਾਰਨ ਨਾਲ ਹੁੰਦਾ ਹੈ, ਲੈਕ ਆਫ ਸੈਲਫ ਲਵ। ਤੇ ਜਦੋਂ ਸੈਲਫ ਲਵ ਫੀਲ ਕਰਨ ਲੱਗ ਜਾਂਦੇ ਅਸੀਂ ਦੇਖਾਂਗੇ ਵੀ ਕਿਵੇਂ ਸਾਡੇ ਜੀਵਨ ਵਿੱਚ ਆ ਜਾਵੇ, ਫਿਰ ਤਾਂ ਉਹ ਕਹਿੰਦੇ ਨੇ ਟੋਟਲ ਹੈਲਥ ਆ ਜਾਂਦੀ ਹੈ, ਫਿਜ਼ੀਕਲ, ਮੈਂਟਲ, ਸਾਡੀ ਸਪਿਰਿਚੁਅਲ, ਸਾਡੇ ਰਿਲੇਸ਼ਨ ਅੱਛੇ ਹੋ ਜਾਂਦੇ ਨੇ, ਸਾਡੀ ਸੋਸ਼ਲ ਹੈਲਥ, ਸਮਾਜ ਦੇ ਵਿੱਚ ਵੀ ਸਾਡਾ ਬਹੁਤ ਅੱਛਾ ਵਰਤਾਰਾ ਹੋ ਜਾਂਦਾ, ਫਿਰ ਟੋਟਲ ਹੈਲਥ ਸਾਡੇ ਕੋਲ ਆ ਜਾਂਦੀ ਆ। ਤੋ ਸੈਲਫ ਲਵ ਐਕਚੁਅਲੀ ਤਾਂ ਸੈਲਫ ਲਵ ਦਾ ਮਤਲਬ ਉਹੀ ਹੋ ਗਿਆ ਕਿ ਆਪਣੇ ਆਪ ਤੱਕ ਪਹੁੰਚ ਜਾਣਾ। ਹੂ ਐਮ ਆਈ, ਮੈਂ ਕੌਣ ਹਾਂ, ਮੈਂ ਜਦ ਪਰਮਾਤਮਾ ਦਾ ਰੂਪ ਹੈ, ਅਸੀਂ ਸਾਰੇ ਜਾਣੇ। ਸੋ ਕਹੋ ਕਬੀਰ ਇਹ ਰਾਮ ਕੀ ਅੰਸ਼, ਜਦੋਂ ਉਸ ਰੂਪ ਵਿੱਚ ਪਹੁੰਚ ਜਾਣਾ, ਉਹਨੂੰ ਅਨੁਭਵ ਕਰ ਲੈਣਾ, ਫਿਰ ਤਾਂ ਕੋਈ ਨਾ ਦੁੱਖ ਆ, ਨਾ ਰੋਗ ਆ, ਨਾ ਕੋਈ ਬਿਮਾਰੀ ਆ, ਨਾ ਕੁਛ ਵੀ ਆ। ਜੀਵਨ ਦੀਆਂ ਰੁਕਾਵਟਾਂ ਮੁਸੀਬਤਾਂ ਆਉਣਗੀਆਂ ਪਰ ਉਹਦੇ ਵਿੱਚ ਬੰਦਾ ਦੁਖੀ ਨਹੀਂ ਹੁੰਦਾ। ਇਹ ਨਹੀਂ ਕਿ ਰੁਕਾਵਟਾਂ ਨਹੀਂ ਆਉਣੀਆਂ, ਉਹ ਆਉਂਦੀਆਂ ਪਰ ਦੁਖੀ ਨਹੀਂ ਹੁੰਦਾ। ਅਸੀਂ ਗੁਰਬਾਣੀ ਵਿੱਚੋਂ ਵੀ ਸਮਝਾਂਗੇ
ਤੇ ਹੁਣ ਦੇਖਦੇ ਹਾਂ ਕਿ ਇਹ ਕਹਿੰਦੇ ਨੇ ਵੀ ਹੋਰ ਲੋਕਾਂ ਦਾ ਹਾਲ ਕੀ ਹੈ ਸੰਗਤ ਜੀ। ਇਹ ਕਹਿੰਦੇ ਨੇ ਕਿ ਨੀਅਰਲੀ ਹਾਫ ਆਫ ਐਡਲਟਸ ਵਰਲਡ ਵਾਈਡ 45% says they feel lonely on a regular basis। ਉਹ ਇਕੱਲਾਪਨ ਮਹਿਸੂਸ ਕਰਦੇ ਨੇ 45% ਲੋਕ ਐਡਲਟਸ ਦੇ ਵਿੱਚੋਂ। ਔਰ ਜਿਹੜੇ ਜਿਨ੍ਹਾਂ ਨੂੰ ਹੈ 2000 ਤੋਂ ਬਾਅਦ ਜਿਹੜੇ ਪੈਦਾ ਹੋਏ ਨੇ, ਮਤਲਬ ਅੱਜ 21 ਚੱਲ ਰਿਹਾ, 21 ਸਾਲਾਂ ਦੇ ਵਿੱਚ ਤੋਂ ਵੀ ਜਿਨ੍ਹਾਂ ਦੀ ਘੱਟ ਉਮਰ ਹੈ ਜਾਂ 21 ਸਾਲਾਂ ਦੇ ਨੇ, ਉਹ ਪਰਿਵਾਰਾਂ ਵਿੱਚ ਰਹਿੰਦਿਆਂ ਹੋਇਆਂ ਵੀ 62% ਲੋਨਲੀ ਫੀਲ ਕਰ ਰਹੇ ਨੇ। ਮਤਲਬ ਇੰਨਾ ਬੁਰਾ ਹਾਲ ਹੋ ਗਿਆ ਸਾਡਾ ਅੰਦਰੋਂ ਦੁਨੀਆ ਦਾ। ਸੋ ਜਿਹੜਾ ਅੰਦਰੋਂ ਲੋਨਲੀ ਫੀਲ ਕਰਦਾ ਉਹ ਦੁਖੀ ਰਹਿੰਦਾ, ਉਹ ਅਸ਼ਾਂਤ ਰਹਿੰਦਾ, ਉਹ ਰੋਗਾਂ ਨਾਲ ਘਿਰਦਾ ਹੀ ਘਿਰਦਾ, ਇਹ ਰਿਸਰਚਰਸ ਕਹਿ ਰਹੀਆਂ ਨੇ। ਫਿਰ ਇਹ ਕਹਿੰਦੇ ਨੇ ਵੀ ਜਿਹੜਾ ਐਂਗਰ ਅਤੇ ਡਿਪਰੈਸ਼ਨ, ਇਹ ਪਿਛਲੇ 25 ਸਾਲਾਂ ਵਿੱਚ 70% ਜ਼ਿਆਦਾ ਵੱਧ ਗਿਆ। ਰੀਜ਼ਨ ਸੈਲਫ ਲਵ ਦੀ ਕਮੀ। ਤੇ ਸੈਲਫ ਲਵ ਹੈ ਕੀ, ਇਹਨੂੰ ਅਸੀਂ ਅੱਜ ਸਮਝਣਾ ਆ ਚੀਜ਼ਾਂ ਤਾਂ ਪਤਾ ਚੱਲ ਗਈਆਂ। ਸੈਲਫ ਲਵ ਹੈਗਾ ਆ ਆਪਣੇ ਆਪ ਨੂੰ ਹੀ ਪਿਆਰ ਕਰ ਲੈਣਾ। ਅਸੀਂ ਬਾਹਰ ਕਰਨਾ ਚਾਹੁੰਦੇ ਹਾਂ ਜਾਂ ਲੱਭਦੇ ਹਾਂ ਦੂਸਰਾ ਮੈਨੂੰ ਕੋਈ ਕਰੇ। ਜਿੰਨੀ ਦੇਰ ਅਸੀਂ ਬਾਹਰੋਂ ਪਿਆਰ ਲੱਭਦੇ ਹਾਂ ਨਾ, ਅਸੀਂ ਉਹ ਕਮੀ ਮਹਿਸੂਸ ਕਰਕੇ ਦੂਸਰੇ ਵੱਲ ਹੀ ਦੇਖਦੇ ਰਹਿ ਜਾਣਾ। ਸੋ ਆਪਣੇ ਸਾਡੇ ਅੰਦਰ ਪ੍ਰੇਮ ਭਰਿਆ ਪਿਆ, ਕਿਉਂਕਿ ਸਾਡੇ ਅੰਦਰ ਪਰਮਾਤਮਾ ਹੈ। ਸੋ ਆਪਣੇ ਤੱਕ ਪਹੁੰਚਣਾ, ਆਪਣੇ ਆਪ ਨੂੰ ਜਾਣ ਲੈਣਾ, ਇਹੀ ਹੈ ਸੈਲਫ ਲਵ। ਤਾਂ ਕੀ ਕਰੀਏ ਫਿਰ ਇਹਦੇ ਦੇ ਲਈ ਅਸੀਂ ਨਾ, ਵੀ ਜਿਹੜਾ ਅਸੀਂ ਫੀਲ ਕਰੀਏ ਲਵ। ਸਭ ਤੋਂ ਪਹਿਲਾਂ ਜਿਹੜਾ ਆ, ਰਿਸਰਚਰਸ ਵੀ ਹੁਣ ਕਹਿਣ ਲੱਗ ਗਈਆਂ, ਵੈਸਟਰਨ ਰਿਸਰਚਰਸ ਵੀ, ਵੈਸਟਰਨ ਸਾਇੰਸ ਵੀ ਇਹ ਕਹਿਣ ਲੱਗ ਗਈ ਕਿ ਮੈਡੀਟੇਸ਼ਨ, ਬਾਕੀ ਗੱਲਾਂ ਤਾਂ ਨਾਲ ਕਰਨੀਆਂ ਉਹਨਾਂ ਨੇ, ਦੱਸਣੀਆਂ ਸਾਰੀਆਂ, ਪਰ ਅੱਜ ਮੈਡੀਟੇਸ਼ਨ ਤੇ ਜ਼ਿਆਦਾ ਜ਼ੋਰ ਦੇਣ ਲੱਗ ਗਏ ਨੇ। ਉਹ ਕਹਿੰਦੇ ਨੇ ਜਦੋਂ ਤੁਸੀਂ ਮੈਡੀਟੇਸ਼ਨ ਕਰਨ ਲੱਗ ਜਾਂਦੇ ਹੋ ਤਾਂ ਫਿਰ ਜਿਹੜੀਆਂ ਤੁਹਾਡੀਆਂ ਅੰਦਰ ਕੁਆਲਿਟੀਜ਼ ਪਈਆਂ ਨੇ, ਜਿਹੜੀਆਂ ਨੈਚੁਰਲ ਨੇ, ਜਿਹੜੀ ਰੀਅਲ ਨੇ, ਉਹ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਫਿਰ ਤੁਹਾਨੂੰ ਖਾਲੀਪਨ, ਕੱਲਾਪਨ, ਲੋ ਸੈਲਫ ਸਟੀਮ, ਇਹ ਚੀਜ਼ਾਂ ਜਿਹੜੀਆਂ ਆਪਣੇ ਆਪ ਹੀ ਤੁਹਾਡੀ ਜ਼ਿੰਦਗੀ ਚੋਂ ਬਾਹਰ ਜਾਣ ਲੱਗ ਜਾਂਦੀਆਂ। ਤਾਂ ਫਿਰ ਤੁਹਾਡਾ ਇੱਕ ਡਿਸਪਲਿਨ ਵੀ ਬਣਨ ਲੱਗ ਜਾਂਦਾ, ਤੁਸੀਂ ਸੰਜਮ ਵਿੱਚ ਵੀ ਆਉਣ ਲੱਗ ਜਾਂਦੇ ਹੋ। ਇਹ ਚੀਜ਼ਾਂ ਆਪਣੇ ਆਪ ਹੋਣ ਲੱਗ ਜਾਂਦੀਆਂ ਨੇ। ਮੈਡੀਟੇਸ਼ਨ ਇੰਨਾ ਵੱਡਾ ਰੋਲ ਹੈ, ਔਰ ਗੁਰਬਾਣੀ ਵਿੱਚ ਤਾਂ ਸਾਰੀ ਗੱਲ ਹੀ ਇਸੇ ਦੀ ਕੀਤੀ ਗਈ ਹੈ ਵੀ ਕਰ ਬੰਦੇ ਤੋਂ ਬੰਦਗੀ ਜਿੱਚਰ ਘੱਟ ਮੈਂ ਸਾਹ। ਇੰਨੀ ਬੰਦਗੀ ਕਰ ਜਦ ਤੱਕ ਤੇਰੇ ਸਾਹ ਚੱਲਦੇ ਨੇ ਇਸ ਸਰੀਰ ਦੇ ਵਿੱਚ। ਤੂੰ ਉਸ ਰੱਬ ਨੂੰ ਯਾਦ ਕਰ, ਉਹਨੂੰ ਧਿਆ, ਉਹਦਾ ਨਾਮ ਜਪ, ਉਹਦੀ ਬੰਦਗੀ ਕਰ। ਗੁਰੂ ਮਹਾਰਾਜ ਜੀ ਕਹਿੰਦੇ ਨੇ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਉਹ ਫਿਰ ਦੁਖੀ ਥੋੜੀ ਨੇ ਜਿਨ੍ਹਾਂ ਨੇ ਨਾਮ ਧਿਆ, ਉਹ ਤਾਂ ਅਸਲੀ ਘਾਲਣਾ ਘਾਲ ਗਏ। ਉਹਨਾਂ ਦੇ ਆਪਣੇ ਮੁਖ ਵੀ ਉਜਲੇ ਨੇ ਔਰ ਕਿੰਨਿਆਂ ਨੂੰ ਮੁਕਤ ਕਰਾ ਦਿੰਦੇ ਨੇ ਉਹ। ਸੋ ਸੰਗਤ ਜੀ, ਨਾਮ, ਬੰਦਗੀ, ਸੰਗਤ, ਕੀਰਤਨ, ਕਥਾ, ਵਿਚਾਰਾਂ, ਇਹਦੇ ਨਾਲ ਜੁੜੋ ਵੱਧ ਤੋਂ ਵੱਧ, ਤਾਂ ਕਿ ਆ ਜੋ ਹੁਣ ਸੰਸਾਰ ਦਾ ਹਾਲ ਹੋ ਚੁੱਕਾ, ਸਾਡੇ ਘਰਾਂ ਵਿੱਚ ਵੀ ਲੋਨਲੀ ਫੀਲ ਕਰਦੇ ਹੋਣਗੇ, ਤੁਹਾਡੇ ਵਿੱਚੋਂ ਵੀ ਕੋਈ ਨਾ ਕੋਈ ਕਰਦਾ ਹੋਵੇਗਾ, ਤਾਂ ਉਹ ਕਿਤੇ ਨਾ ਕਿਤੇ ਅਸੀਂ ਟੁੱਟ ਚੁੱਕੇ ਹਾਂ ਨਾਮ ਦੇ ਨਾਲੋਂ, ਪਰਮਾਤਮਾ ਦੇ ਨਾਲੋਂ। ਪ੍ਰੇਮ ਉਹਦੇ ਵਿੱਚ ਹੀ ਹੈ, ਨਾਮ ਦੇ ਵਿੱਚ ਹੈ। ਨਾਮ ਰਸ ਹੈ, ਨਾਮ ਪ੍ਰੇਮ ਹੈ। ਤੋ ਇਹ ਕਹਿੰਦੇ ਸਭ ਤੋਂ ਪਹਿਲਾਂ ਤਾਂ ਮੈਡੀਟੇਸ਼ਨ। ਦੂਸਰਾ ਉਹ ਕਹਿੰਦੇ ਨੇ ਐਕਸੈਪਟੈਂਸ। ਜਿੱਦਾਂ ਦੇ ਵੀ ਤੁਸੀਂ ਹੋ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਐਕਸੈਪਟ ਕਰਨਾ। ਸੈਲਫ ਲਵ ਦੀ ਗੱਲ ਹੈ ਤਾਂ ਆਪਣੇ ਆਪ ਦੀ ਗੱਲ ਹੈ, ਤੁਸੀਂ ਉਹਨੂੰ ਐਕਸੈਪਟ ਕਰੋ ਜਿੱਦਾਂ ਦਾ ਵੀ ਤੁਹਾਨੂੰ ਬਣਾਇਆ ਰੱਬ ਨੇ। ਤੁਸੀਂ ਯੂਨੀਕ ਹੋ ਇਸ ਤਰ੍ਹਾਂ ਆਪਣੇ ਆਪ ਨੂੰ ਕਰਕੇ, ਕਿਉਂਕਿ ਜਿਹਨੂੰ ਰੱਬ ਨੇ ਬਣਾਇਆ, ਇਸ ਸੰਸਾਰ ਵਿੱਚ ਭੇਜਿਆ ਗਿਆ, ਜਿਵੇਂ ਮਾਂ-ਬਾਪ ਦੇ ਸਾਰੇ ਬੱਚੇ ਪਿਆਰੇ ਹੁੰਦੇ ਨੇ, ਇਵੇਂ ਹੀ ਤੁਸੀਂ ਰੱਬ ਦੇ ਬਹੁਤ ਪਿਆਰੇ ਹੋ। ਔਰ ਹਰ ਇੱਕ ਦੇ ਵਿੱਚ ਕੁਛ ਨਾ ਕੁਛ ਪਰਮਾਤਮਾ ਨੇ ਇਹੋ ਜਿਹਾ ਪਾਇਆ ਹੁੰਦਾ ਜਿਹੜਾ ਦੂਸਰੇ ਦੇ ਨਾਲੋਂ ਵੀ ਡਿਫਰੈਂਟ ਹੁੰਦਾ, ਕੁਛ ਨਾ ਕੁਛ। ਦੇਖੋ ਕਿਸੇ ਨਾ ਕਿਸੇ 'ਚ ਕੋਈ ਕੁਆਲਿਟੀ, ਕੋਈ ਵਧੀਆ ਕੀਰਤਨ ਕਰ ਸਕਦਾ ਹੈ, ਕੋਈ ਸੋਹਣਾ ਪੜ੍ਹ ਸਕਦਾ, ਕੋਈ ਅੱਛਾ ਲੈਕਚਰ ਦੇ ਸਕਦਾ, ਕਿਸੇ ਕੋਲ ਕੋਈ ਕਲਾ, ਕਿਸੇ ਕੋਲ ਕੁਕਿੰਗ ਦੀ ਅੱਛੀ ਹੈ, ਕੋਈ ਕਿਸੇ ਵੀ, ਕਿੰਨੇ ਤਰ੍ਹਾਂ ਦੀਆਂ ਕੁਆਲਿਟੀਜ਼ ਨੇ ਜਿਹੜੀਆਂ ਸਾਰੇ ਯੂਨੀਕ ਨੇ ਆਪਣੇ ਆਪਣੇ ਗੁਣਾਂ ਦੇ ਵਿੱਚ। ਸੋ ਉਹ ਸਿਰਫ ਆਪਣੇ ਤੱਕ ਅਸੀਂ ਪਹੁੰਚਣਾ ਹੈ, ਨਾ ਕਿ ਅਸੀਂ ਦੂਸਰਿਆਂ ਵੱਲ ਦੇਖ ਦੇਖ ਕੇ ਨਾ ਆਪਣੇ ਆਪ ਨੂੰ ਦੁਖੀ ਕਰ ਲੈਂਦੇ ਹਾਂ। ਦੂਸਰਾ ਇਹ ਕਹਿੰਦੇ ਨੇ ਵੀ ਤੁਸੀਂ ਫॉरगिवनेस ਵਿੱਚ ਆ ਜਾਓ। ਕਿਹਨੂੰ ਫॉरगिव ਕਰਨਾ? ਆਪਣੇ ਆਪ ਨੂੰ ਹੀ। ਚਾਹੇ ਤੁਹਾਡੇ ਕੋਲ ਕੋਈ ਬਹੁਤ ਵੱਡੀ ਗਲਤੀ ਵੀ ਹੋ ਗਈ ਹੋਵੇ,
ਚਾਹੇ ਤੁਸੀਂ ਗਿਲਟ ਫੀਲ ਕਰਦੇ ਹੋਵੋ, ਚਾਹੇ ਤੁਸੀਂ ਸ਼ੇਮ ਵਿੱਚ ਹੋਵੋ, ਉਹਨੂੰ ਹੁਣ ਮਾਫ਼ ਕਰੋ, ਕਿਉਂਕਿ ਉਹ ਵੀ ਤੁਹਾਨੂੰ ਡਾਊਨ ਕਰੀ ਜਾਂਦਾ। ਠੀਕ ਹੈ, ਹੋ ਗਈ ਗਲਤੀ, ਉਹਨੂੰ ਵੀ ਪਹਿਲਾਂ ਐਕਸੈਪਟ ਕਰੋ ਵੀ ਹੋਈ ਸੀ ਗਲਤੀ, ਜਾਂ ਅੱਜ ਵੀ ਮੈਂ ਕੀਤੀ, ਹੋ ਗਈ ਆ, ਪਰ ਉਹਦੇ ਵਿੱਚ ਹੁਣ ਡਾਊਨ ਨਹੀਂ ਕਰਨਾ ਆਪਣੇ ਆਪ ਨੂੰ। ਇੱਥੋਂ ਵੀ ਗਲਤੀ ਤੋਂ ਵੀ ਸਿੱਖਣਾ ਆ, ਔਰ ਫਿਰ ਉਹਨੂੰ ਵੀ ਇੱਕ ਲੈਸਨ ਸਮਝਣਾ ਵੀ ਇਹ ਗਲਤੀ ਨੇ ਮੈਨੂੰ ਆਹ ਸਿਖਾਇਆ, ਔਰ ਫਿਰ ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ। ਤਾਂ ਫੋਰਗਿਵ ਕਰਨਾ ਆਪਣੇ ਆਪ ਨੂੰ। ਬਹੁਤ ਹੀ ਜਿਹੜੇ ਉਹ ਰਿਗਰੈਟ ਵਿੱਚ ਚਲੇ ਜਾਂਦੇ ਨੇ, ਗਿਲਟ ਵਿੱਚ ਚਲੇ ਜਾਂਦੇ ਨੇ। ਸੋ ਗਲਤੀ ਕਰਨ ਦਾ ਮਤਲਬ ਉਹਨੂੰ ਅਸੀਂ ਅੱਗੇ ਵੱਧ ਕੇ ਉਸ ਗਲਤੀ ਤੋਂ ਸਿੱਖ ਕੇ ਅਸੀਂ ਅੱਗੇ ਚੱਲੀਏ। ਹੋਰ ਕਹਿੰਦਾ ਟੇਕ ਕੇਅਰ ਆਫ ਯੋਰਸੈਲਫ, ਆਪਣੇ ਆਪ ਦਾ ਆਪ ਹੀ ਧਿਆਨ ਰੱਖਣਾ ਤੁਸੀਂ। ਕਿਵੇਂ? ਪਹਿਲਾਂ ਤਾਂ ਆਪਣੀ ਫਿਜ਼ੀਕਲ ਹੈਲਥ ਦੇ ਲਈ, ਇਹਦੇ ਲਈ ਤੁਸੀਂ ਹੈਲਦੀ ਫੂਡ ਖਾਓ ਔਰ ਐਕਸਰਸਾਈਜ਼ ਕਰੋ, ਕਿਉਂਕਿ ਜਦੋਂ ਐਕਸਰਸਾਈਜ਼ ਕਰਦੇ ਆ ਨਾ ਤਾਂ ਐਂਡੋਰਫਿਨ ਨਿਕਲਦਾ ਕੈਮੀਕਲ, ਜਿਹੜਾ ਕਿ ਗੁੱਡ ਫੀਲ ਕਰਵਾਉਂਦਾ, ਸਾਨੂੰ ਅੱਛਾ ਮਹਿਸੂਸ ਕਰਵਾਉਂਦਾ ਆ। ਤਾਂ ਐਕਸਰਸਾਈਜ਼ ਕਰੋ, ਅੱਛਾ ਫੂਡ ਖਾਓ, ਜੋ ਵੀ ਤੁਸੀਂ ਆਪਣੀ ਬਾਡੀ ਲਈ ਕਰ ਸਕਦੇ ਆ, ਔਰ ਜੋ ਵੀ ਤੁਸੀਂ ਆਪਣੇ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਜਾਣ ਲਈ ਕਰ ਸਕਦੇ ਹੋ, ਉਹ ਤੁਸੀਂ ਕਰੋ। ਆਪਣੀ ਕੇਅਰ ਆਪ ਕਰੋ, ਦੂਸਰੇ ਵੱਲ ਨਾ ਦੇਖੋ ਕੋਈ ਤੁਹਾਡੇ ਲਈ ਕੁਝ ਕਰੇਗਾ, ਨਹੀਂ, ਤੁਸੀਂ ਕਰੋ, ਤੁਸੀਂ ਕਰ ਸਕਦੇ ਹੋ। ਉਹ ਕਹਿੰਦੇ ਤੁਸੀਂ ਕਰ ਸਕਦੇ ਹੋ, ਇਹ ਨਹੀਂ ਕਿ ਨਹੀਂ ਕਰ ਸਕਦੇ। ਤੇ ਡਾਊਨ ਨਾ ਫੀਲ ਕਰੋ, ਕੁਛ ਲੱਭੋ ਆਪਣੇ ਲਈ, ਫਿਰ ਦੱਸਦੇ ਨੇ ਹੋਰ ਕੀ ਕਰੋ। ਨਾਲ ਉਹ ਕਹਿੰਦੇ ਨੇ ਸੈਲਫ ਕੰਪੈਸ਼ਨ, ਆਪਣੇ ਤੇ ਤਰਸ ਕਰੋ, ਆਪਣੇ ਤੇ ਦਇਆ ਕਰੋ। ਜਿਹੜਾ ਤੁਸੀਂ ਦੁੱਖਾਂ 'ਚ ਘਿਰੇ ਹੋ, ਸ਼ਾਂਤੀ ਵਿੱਚ ਹੋ, ਲੋਨਲੀ ਫੀਲ ਕਰਦੇ ਹੋ, ਇਹਦੇ ਤੇ ਕੰਪੈਸ਼ਨ ਕਰੋ। ਉਹਦੇ ਲਈ ਫਿਰ ਕੀ ਕਰੋ? ਆਪਣੇ ਆਪ ਹੀ ਫਰੈਂਡ ਬਣ ਜਾਓ, ਆਪਣੇ ਆਪ ਹੀ ਮਾਂ-ਬਾਪ ਬਣ ਜਾਓ। ਜਿਵੇਂ ਮਾਤਾ ਪਿਤਾ, ਪੇਰੈਂਟਸ ਜਿਹੜੇ ਨੇ ਆਪਣੇ ਬੱਚੇ ਦਾ ਕਿੰਨਾ ਧਿਆਨ ਰੱਖਦੇ ਨੇ। ਤੂੰ ਆਹ ਖਾ ਲਾ, ਤੂੰ ਆਹ ਕਰ ਲਾ, ਆਹ ਚੰਗਾ ਕੰਮ ਕਰ ਲਾ, ਆਹ ਮਾੜਾ ਨਾ ਕਰੀ, ਕਿੰਨੀ ਕੇਅਰ ਕਰਦੇ ਨੇ। ਇੱਦਾਂ ਕਹਿੰਦੇ ਨੇ ਇਹ ਕੰਪੈਸ਼ਨ ਕਰੋ ਆਪਣੇ ਆਪ ਦੇ ਉੱਤੇ, ਆਪਣੇ ਹੀ ਮਾਂ-ਬਾਪ ਖੁਦ ਬਣ ਕੇ। ਵੀ ਕਿਵੇਂ ਮਾਂ-ਬਾਪ ਆਪਣੇ ਬੱਚੇ ਨੂੰ ਨਰਿਸ਼ ਕਰਦੇ ਨੇ, ਉਹਨੂੰ ਵਧੀਆ ਰੇਜ਼ ਕਰਦੇ ਨੇ, ਇਵੇਂ ਆਪਣੇ ਆਪ ਨੂੰ ਕਰਨਾ ਸ਼ੁਰੂ ਕਰੋ। ਦੂਸਰਾ, ਫਰੈਂਡ ਬਣੋ ਆਪਣੇ, ਔਰ ਫਰੈਂਡ ਬਣ ਕੇ ਲੈਟਰ ਲਿਖੋ ਆਪਣੇ ਆਪ ਨੂੰ। ਉਹ ਜਿਹੜਾ ਹੁਣ ਤੁਹਾਡਾ ਬੈਸਟ ਫਰੈਂਡ ਆ, ਉਹ ਤੁਹਾਡੀਆਂ ਕਿੰਨੀਆਂ ਕੁਆਲਿਟੀਜ਼ ਬਾਰੇ ਲਿਖਦਾ ਆ। ਉਹ ਕਹਿੰਦਾ ਆਈ ਲਵ ਯੂ, ਤੂੰ ਕਿੰਨਾ ਚੰਗਾ ਆ, ਤੂੰ ਉਦੋਂ ਮੇਰੀ ਆਹ ਹੈਲਪ ਕੀਤੀ ਸੀ, ਆਹ ਕੀਤੀ ਸੀ। ਇੱਦਾਂ ਹੀ ਉਹ ਕਹਿੰਦੇ ਆਪਣੇ ਬਾਰੇ ਆਪਣੇ ਆਪ ਨੂੰ ਲੈਟਰ ਲਿਖੋ, ਔਰ ਜਦੋਂ ਤੁਸੀਂ ਪੜ੍ਹੋਗੇ ਜਾਂ ਲਿਖਣ ਵੀ ਲੱਗ ਗਏ, ਤੁਸੀਂ ਆਪਣੇ ਉਦੋਂ ਗੁਣ ਦੇਖਣ ਲੱਗ ਗਏ, ਤੁਹਾਡੀ ਇਨਰ ਸਟਰੈਂਥ, ਇਨਰ ਪਾਵਰ, ਇਨਰ ਕੁਆਲਿਟੀਜ਼ ਜਿਹੜੀਆਂ ਨੇ ਉਹ ਵਧਣੀਆਂ ਸ਼ੁਰੂ ਹੋ ਜਾਣਗੀਆਂ। ਜਿਹੜੀਆਂ ਨੈਗੇਟਿਵਿਟੀ ਵੱਲ ਦੇਖ ਰਹੇ ਸੀ, ਉਧਰੋਂ ਤੁਹਾਡਾ ਧਿਆਨ ਹਟੀ ਜਾਊਗਾ। ਫਿਰ ਇਹ ਕਹਿੰਦੇ ਨੇ ਵੋਲੰਟੀਅਰ ਵਰਕ ਜ਼ਰੂਰ ਕਰੋ, ਸੇਵਾ। ਗੁਰਬਾਣੀ ਵਿੱਚ ਤਾਂ, ਗੁਰਮਤ ਵਿੱਚ ਸਾਨੂੰ ਸੇਵਾ ਕਰਨੀ ਹੀ ਸਿਖਾਈ ਹੈ। ਸੋ ਇਹ ਜ਼ਰੂਰੀ ਹੈ। ਜਦੋਂ ਵੀ ਉਹਦੇ ਨਾਲ ਤੁਹਾਡਾ ਕਨੈਕਸ਼ਨ ਜੁੜਦਾ ਦੂਸਰੇ ਦੇ ਨਾਲ, ਔਰ ਕਨੈਕਸ਼ਨ ਵੀ ਜਿਹੜਾ ਆ ਇਹ ਬਹੁਤ ਤੁਹਾਨੂੰ ਜਿਹੜਾ ਉੱਪਰ ਨੂੰ ਚੱਕਦਾ, ਚੜ੍ਹਦੀਆਂ ਕਲਾਂ 'ਚ ਲੈ ਕੇ ਜਾਂਦਾ ਆ। ਸੈਲਫ ਲਵ ਦਾ ਇੱਕ ਹਿੱਸਾ ਆ ਵੋਲੰਟੀਅਰ ਵਰਕ। ਜੋ ਵੀ ਤੁਸੀਂ ਕਿਸੇ ਲਈ ਕੁਝ ਕਰ ਸਕਦੇ ਹੋ, ਫੈਮਿਲੀ 'ਚ ਵੀ ਕਿਸੇ ਦੀ ਹੈਲਪ ਕਰ ਸਕਦੇ ਹੋ। ਇੱਕ ਤਾਂ ਹੁੰਦਾ ਵੀ ਜਿੰਨਾ ਮੇਰਾ ਪਾਰਟ ਸੀ, ਮੇਰਾ ਕੰਮ ਸੀ, ਮੈਂ ਉਨਾ ਕਰ ਲਿਆ। ਇੱਕ ਤੁਸੀਂ ਫੈਮਿਲੀ 'ਚ ਵੀ ਵੱਧ ਕੇ ਵੀ ਕਿਸੇ ਦੀ ਹੈਲਪ ਕਰ ਸਕਦੇ ਹੋ। ਮੰਨ ਲਓ ਵੰਡੇ ਹੁੰਦੇ ਨਾ ਕੰਮ ਫੈਮਿਲੀ 'ਚ, ਉਹਨੇ ਉਹ ਕਰਨਾ, ਫੈਮਿਲੀ 'ਚ ਵੀ ਹੈਲਪ ਕਰ ਸਕਦੇ ਹੋ ਜਿਹਨੂੰ ਵੀ ਲੋੜ ਆ। ਫਰੈਂਡਸ ਦੀ ਕਰ ਸਕਦੇ ਹੋ, ਜਾਂ ਆਪਣੇ ਸਰਕਲ ਤੋਂ ਬਾਹਰ ਜਾ ਕੇ ਵੀ ਕਰ ਸਕਦੇ ਹੋ। ਜੋ ਵੀ ਤੁਸੀਂ ਕਰ ਸਕਦੇ ਹੋ, ਤਨ ਕਰਕੇ ਵੀ, ਮਨ ਕਰਕੇ ਕਿਸੇ ਨੂੰ, ਤੁਸੀਂ ਕਿਸੇ ਦਾ ਦੁੱਖ ਹੀ ਸੁਣ ਕੇ ਉਹਨੂੰ ਅਪਲਿਫਟ ਕਰ ਸਕਦੇ ਹੋ, ਜਾਂ ਤੁਸੀਂ ਫਾਈਨੈਂਸ਼ੀਅਲੀ ਜਾਂ ਕਿਸੇ ਦੀ ਕੋਈ ਨੀਡ ਪੂਰੀ ਕਰਕੇ ਤੁਸੀਂ ਹੈਲਪ ਕਰ ਸਕਦੇ ਹੋ। ਇਹ ਜ਼ਰੂਰ ਕਰੋ। ਇਹ ਤਾਂ ਬਹੁਤ ਵੱਡੀ ਸ਼ਕਤੀ ਆ ਵੋਲੰਟੀਅਰ ਵਰਕ। ਤਾਂ ਉਹ ਕਹਿੰਦੇ ਨੇ ਬਹੁਤ ਵੱਡੀ ਪਾਵਰ ਆ, ਜਿਹੜੇ ਤੁਹਾਡੀ ਜ਼ਿੰਦਗੀ ਦੇ ਹਰ ਪਾਸੇ ਤੁਹਾਨੂੰ ਜਿਹੜਾ ਉਚਾਈਆਂ 'ਚ ਲੈ ਕੇ ਜਾਂਦੀ ਹੈ। ਔਰ ਤੁਸੀਂ ਉਦੋਂ ਹਮੇਸ਼ਾ ਹੀ ਸੈਲਫ ਲਵ ਦੀ ਸਟੇਟ ਵਿੱਚ ਆਉਣ ਲੱਗ ਜਾਂਦੇ ਹੋ ਜਦੋਂ ਤੁਸੀਂ ਵੋਲੰਟੀਅਰ ਵਰਕ ਕਰਦੇ ਹੋ। ਫਿਰ ਇਹ ਕਹਿੰਦੇ ਨੇ ਮੈਡੀਟੇਸ਼ਨ, ਇੱਕ ਤਾਂ ਹੁੰਦਾ ਵੀ ਤੁਸੀਂ ਜਿਹੜੀ ਵੀ ਕੋਈ ਕਰਨੀ ਚਾਹੁੰਦੇ ਹੋ ਕਰੋ, ਪਰ ਇੱਕ ਮੈਡੀਟੇਸ਼ਨ ਵਿੱਚ ਹੋਰ ਨਾਲ ਕੀ ਕਰੋ, ਇਹਨੂੰ ਇਹਨਾਂ ਨੇ ਕਿਹਾ ਕਿਸੇ ਮੰਤਰ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰੋ। ਮੰਨ ਲਓ ਕਿਸੇ ਨੂੰ ਡਰ ਲੱਗਦਾ, ਕਿ ਕੋਈ ਆਹ ਨਾ ਹੋ ਜਾਵੇ, ਆਹ ਨਾ ਹੋ ਜਾਵੇ, ਕਿਸੇ ਗੱਲ ਤੋਂ, ਕਿਸੇ ਘਟਨਾ ਤੋਂ, ਜਾਂ ਫਿਊਚਰ ਦਾ ਫਿਕਰ ਲੈ ਕੇ ਡਰ ਲੱਗ ਰਿਹਾ, ਉਹ ਫੋਰ ਐਗਜ਼ਾਮਪਲ ਦੱਸ ਰਹੇ ਨੇ। ਤੇ ਕੋਈ ਵੀ ਜਿਹੜਾ ਤੁਹਾਡੇ ਕੋਲ ਮੰਤਰ ਹੈਗਾ, ਤੁਹਾਡੇ ਗੁਰੂ ਦਾ, ਤੁਹਾਡੇ ਧਰਮ ਦਾ, ਉਹਨੂੰ ਜਿੱਥੇ ਤੁਹਾਡਾ ਫੇਥ ਵੀ ਬਣਿਆ ਹੋਇਆ, ਉਹਨੂੰ ਜਪਦਿਆਂ ਨਾਲ ਤੁਸੀਂ ਐਸੋਸੀਏਟ ਇਹ ਕਰ ਲਓ ਵੀ ਹੁਣ ਇਹ ਗੁਰੂ ਦੇ ਮੰਤਰ ਵਿੱਚ ਇੰਨੀ ਤਾਕਤ ਆ, ਹੁਣ ਮੈਨੂੰ ਕੋਈ ਫਿਕਰ ਨਹੀਂ, ਕੋਈ ਡਰ ਨਹੀਂ, ਸਾਰਾ ਕੁਝ ਭੱਜ ਗਿਆ। ਦੇਖੋ ਇਹ ਰਿਸਰਚਸ ਅੱਜ ਕਹਿ ਰਹੀਆਂ ਨੇ ਸੰਗਤ ਜੀ, ਔਰ ਗੁਰਬਾਣੀ ਵਿੱਚ ਮਹਾਰਾਜ ਜੀ ਕੀ ਕਹਿੰਦੇ ਨੇ, ਨਸ ਵੰਜੋ ਕਿਲ ਵਿਖੋ, ਕਰਤਾ ਕਰ ਆਇਆ। ਸਾਨੂੰ ਪਹਿਲਾਂ ਸਿਖਾਈਆਂ ਹੋਈਆਂ ਨੇ ਇਹ ਚੀਜ਼ਾਂ।
ਦੌੜ ਜਾਓ ਹੁਣ ਸਾਰੇ ਕਿਲ ਵਿਖੋ ਦੁੱਖੋ ਰੋਗੋ ਸਭ ਭਾਜੋ ਆ ਗਿਆ ਕਰਤਾ ਕਰ। ਸੋ ਬਾਣੀ ਗੁਰੂ ਜਿਹੜਾ ਵੀ ਮੰਤਰ ਗੁਰੂ ਦਾ ਪੜਿਆ ਉਹ ਉਹੀ ਹੈ, ਨਿਰੰਕਾਰ ਦੀ ਬਾਣੀ ਹੈ, ਗੁਰੂ ਦੀ ਬਾਣੀ ਹੈ। ਸੋ ਕਿਸੇ ਵੀ ਮੰਤਰ ਨਾਲ ਐਸੋਸੀਏਟ ਕਰੋ। ਸਾਡੇ ਕੋਲ ਤਾਂ ਮੂਲ ਮੰਤਰ ਹੈ, ਸਾਡੇ ਕੋਲ ਵਾਹਿਗੁਰੂ ਗੁਰ ਮੰਤਰ ਹੈ, ਸਾਡੇ ਕੋਲ ਤਾਂ ਇੰਨੇ ਸ਼ਬਦ ਨੇ, ਸਾਰੇ ਗੁਰੂ ਦੇ ਮੰਤਰ ਹੀ ਨੇ। ਜਿਹਦੇ ਨਾਲ ਮਰਜ਼ੀ ਆਪਣੇ ਮਨ ਨੂੰ ਸਮਝਾਓ ਤਾਂ ਕੀ ਕਹਿੰਦੇ ਤੁਸੀਂ ਡਾਊਨ ਨਾ ਜਾਵੋ ਔਰ ਤੁਸੀਂ ਉਹ ਸੁਪਰੀਮ ਅਥਾਰਟੀ ਨਾਲ ਜੁੜਨਾ ਤੁਸੀਂ ਸ਼ੁਰੂ ਹੋ ਜਾਓ। ਤੇ ਹੋਰ ਕੀ ਤੁਸੀਂ ਕਰ ਸਕਦੇ ਹੋ, ਕਹਿੰਦੇ ਅਫਰਮੇਸ਼ਨਸ ਇਹ ਜ਼ਰੂਰ ਬੋਲੋ ਆਪਣੇ ਲਈ। ਤੁਸੀਂ ਇਹਦੇ ਤੇ ਅਸੀਂ ਪਹਿਲਾਂ ਟੌਪਿਕ ਬਣਾਇਆ ਵੀ ਹੋਇਆ, ਉਹਨੂੰ ਫੇਰ ਇੱਕ ਵਾਰ ਸੁਣ ਲਿਓ ਤਾਂ ਕਿ ਫੇਰ ਮਨ ਚੜ੍ਹਦੀਆਂ ਗੱਲਾਂ ਵਿੱਚ ਜਾਵੇ। ਆਪਣੇ ਲਈ ਚੰਗਾ ਬੋਲੋ, ਜੋ ਤੁਸੀਂ ਚਾਹੁੰਦੇ ਹੋ ਉਹ ਤੁਸੀਂ ਬੋਲੋ, ਬਾਰ-ਬਾਰ ਬੋਲੋ ਆਪਣੇ ਦੇ ਲਈ। ਹੋਰ ਤੁਸੀਂ ਕੀ ਕਰ ਸਕਦੇ ਹੋ, ਕਹਿੰਦੇ ਸੈਲਫ ਵਿਜ਼ੂਅਲਾਈਜੇਸ਼ਨ, ਆਪਣੀ ਪਿਕਚਰ ਬਣਾਓ ਅੱਛੀ ਜੀ ਜੋ ਤੁਸੀਂ ਚਾਹੁੰਦੇ ਹੋ। ਬਾਡੀ ਆਪਣੀ ਹੈਲਦੀ ਚਾਹੀਦੀ ਆ, ਮਨ ਚੜ੍ਹਦੀਆਂ ਗੱਲਾਂ ਵਿੱਚ ਚਾਹੀਦਾ, ਤੁਹਾਡੇ ਰਿਲੇਸ਼ਨ ਅੱਛੇ ਚਾਹੀਦੇ, ਜੋ ਵੀ ਹੈ ਤੁਸੀਂ ਆਪਣੀ ਹੀ ਉਹ ਜਿਹੜੀ ਚੱਲਦੀ ਫਿਰਦੀ ਪਿਕਚਰ ਬਣਾਓ ਵੀ ਇਦਾਂ ਦੀ ਤੁਹਾਡੀ ਲਾਈਫ ਹੈ। ਤਾਂ ਇਹ ਸਾਰੇ ਜਿਹੜੇ ਤੁਹਾਨੂੰ ਸੈਲਫ ਲਵ ਵੱਲ ਲੈ ਕੇ ਆਉਂਦੇ ਆਪਣੇ ਆਪ ਬਾਰੇ। ਫਿਰ ਉਹ ਕਹਿੰਦੇ ਟਰਾਈ ਨਿਊ ਥਿੰਗਸ, ਨਵੀਆਂ ਚੀਜ਼ਾਂ ਟਰਾਈ ਕਰੋ। ਦੁਖੀ ਹੋਣ ਦੀ ਬਜਾਏ ਮੈਂ ਲੋਨਲੀ ਆ ਜਾਂ ਇਵੇਂ ਹੈ, ਲੋ ਸੈਲਫ ਸਟੀਮ ਵਿੱਚ ਫਿਰੀ ਜਾ ਰਹੇ ਹੋ, ਤਾਂ ਫਿਰ ਕਰੋ ਕੀ, ਕੁਛ ਨਾ ਕੁਛ ਨਵਾਂ ਸਿੱਖਣਾ ਸ਼ੁਰੂ ਕਰ ਦਿਓ। ਜਾਂ ਜਿਹੜੀ ਕੋਈ ਤੁਹਾਡੀ ਹੌਬੀ ਆ, ਜੇ ਉਹ ਤੋਂ ਤੁਸੀਂ ਕੱਟ ਹੋਏ ਆ ਤਾਂ ਉਹਦੇ ਨਾਲ ਜੁੜਨਾ ਸ਼ੁਰੂ ਕਰ ਦਿਓ। ਫਿਰ ਵੀ ਤੁਸੀਂ ਦੇਖੋਗੇ ਤਾਂ ਤੁਸੀਂ ਬਹੁਤ ਜਿਹੜਾ ਪੀਸਫੁਲ ਵੀ ਮਹਿਸੂਸ ਕਰੋਗੇ ਔਰ ਆਪਣਾ ਇੱਕ ਐਨਰਜੀ ਲੈਵਲ ਵਧਿਆ ਹੋਇਆ ਵੀ ਤੁਸੀਂ ਦੇਖੋਗੇ। ਫਿਰ ਇਹ ਕਹਿੰਦੇ ਨੇ ਕਿ ਤੁਸੀਂ ਇਦਾਂ ਵੀ ਉਹਨਾਂ ਲੋਕਾਂ ਦੀ ਕੰਪਨੀ ਕਰੋ ਜਿਹੜੇ ਖੁਦ ਸੈਲਫ ਲਵ ਵਿੱਚ ਨੇ ਜਾਂ ਜਿਹੜੇ ਖੁਦ ਪੋਜ਼ਿਟਿਵ ਨੇ। ਉਹਨਾਂ ਵਿੱਚ ਨਾ ਤੁਸੀਂ ਉਹਨਾਂ ਦੀ ਕੰਪਨੀ ਛੱਡ ਦਿਓ ਜਿਹੜੇ ਹਮੇਸ਼ਾ ਹੀ ਤੁਹਾਨੂੰ ਕੋਸਦੇ ਹੀ ਰਹਿੰਦੇ ਨੇ, ਤੁਹਾਨੂੰ ਡਾਊਨ ਕਰਦੇ ਰਹਿੰਦੇ ਨੇ। ਔਰ ਚਾਹੇ ਤੁਹਾਡੇ ਫਰੈਂਡਸ ਵੀ ਕਿਉਂ ਨਾ ਹੋਣ, ਜਿਨ੍ਹਾਂ ਦੇ ਟੌਕਸਿਕ ਥਾਟਸ ਨੇ, ਨੈਗੇਟਿਵ ਵਿਚਾਰਾਂ ਵਾਲੇ, ਉਹਨਾਂ ਦੀ ਕੰਪਨੀ ਤੁਸੀਂ ਛੱਡ ਦਿਓ ਕਿਉਂਕਿ ਉਹ ਤੁਹਾਡੇ ਦੇ ਉੱਤੇ ਵੀ ਅਸਰ ਪੈ ਰਿਹਾ ਹੈ। ਸੋ ਉਹਨਾਂ ਦੀ ਕੰਪਨੀ ਕਰੋ ਜਿਹੜੇ ਆਪਣੇ ਆਪ ਨੂੰ ਮੋਟੀਵੇਟ ਕਰਦੇ ਨੇ, ਚੜ੍ਹਦੀਆਂ ਕਲਾਂ 'ਚ ਰੱਖਦੇ ਨੇ, ਜਿਨ੍ਹਾਂ ਦੇ ਨਾਲ ਤੁਸੀਂ ਵੀ ਜਿਹੜਾ ਚੜ੍ਹਦੀਆਂ ਕਲਾਂ ਵਿੱਚ ਹੋ ਪਾਓ। ਫਿਰ ਉਹ ਕਹਿੰਦੇ ਨੇ ਗ੍ਰੈਟੀਟਿਊਡ, ਸ਼ੁਕਰਾਨੇ ਦੇ ਭਾਵ ਵਿੱਚ ਰਹੋ। ਸੋ ਲੈਕ ਵੱਲ ਨਾ ਦੇਖੋ ਜੋ ਤੁਹਾਡੇ ਕੋਲ ਨਹੀਂ, ਔਰ ਤੁਹਾਡੇ ਕੋਲ ਜੋ ਹੈ ਉਹਦੀ ਲਿਸਟ ਬਣਾਓ, ਮੇਕ ਅ ਲਿਸਟ। ਤਾਂ ਤੁਸੀਂ ਹੈਰਾਨ ਰਹਿ ਜਾਓਗੇ, ਤੁਹਾਡੇ ਕੋਲ ਤਾਂ ਕਾਊਂਟਲੈਸ ਬਲੈਸਿੰਗਸ ਨੇ। ਔਰ ਫਿਰ ਜੋ ਅੱਜ ਤੁਹਾਡੇ ਕੋਲ ਹੈ, ਫਿਰ ਤੁਸੀਂ ਇਹ ਦੇਖੋ ਕਿੰਨੇ ਲੋਕਾਂ ਦਾ ਇਹ ਡ੍ਰੀਮ ਆ, ਕਿੰਨੇ ਲੋਕਾਂ ਦਾ ਇਹ ਸੁਪਨਾ ਹੈ ਕਿ ਮੇਰੇ ਕੋਲ ਵੀ ਇਹ ਹੋਵੇ। ਕਿੰਨਿਆਂ ਨੂੰ ਰੋਟੀ ਨਹੀਂ ਮਿਲ ਰਹੀ, ਕਿੰਨਿਆਂ ਨੂੰ ਪਾਣੀ ਨਹੀਂ ਮਿਲ ਰਿਹਾ ਟਾਈਮ ਤੇ, ਕਿੰਨਿਆਂ ਕਿਹੜੇ ਤੁਰ ਫਿਰ ਹੀ ਨਹੀਂ ਸਕਦੇ, ਕਿੰਨੇ ਲੋਕ, ਕਿੰਨਿਆਂ ਕੋਲ ਛੱਤ ਨਹੀਂ ਆ। ਫਿਰ ਕਹਿੰਦੇ ਤੁਸੀਂ ਆਪਣੇ ਆਪ ਨੂੰ ਦੇਖੋਗੇ ਤੁਸੀਂ ਤਾਂ ਭਰੇ ਭਰੇ ਆ। ਫਿਰ ਤੁਸੀਂ ਆਪਣੇ ਆਪ ਨੂੰ ਭਰਿਆ ਮਹਿਸੂਸ ਕਰੋਗੇ, ਉਹ ਲੋਨਲੀ ਜਾਂ ਕਮੀ ਜਾਂ ਲੈਕ ਜਾਂ ਡਾਊਨ ਨਹੀਂ ਆਪਣੇ ਆਪ ਨੂੰ ਤੁਸੀਂ ਫੀਲ ਕਰੋਗੇ। ਇਹ ਔਰ ਸਭ ਤੋਂ ਵੱਡਾ ਇਹਨਾਂ ਨੇ ਇੱਕ ਦੱਸੀ ਵੀ ਪਾਵਰਫੁਲ ਚੀਜ਼ ਕੀ ਹੈ, ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਓਵਰਕਮ ਕਰ ਦੇਵੇਗੀ। ਉਹ ਕੀ ਹੈਗੀ ਆ, ਜਿਹੜੀ ਸੁਪਰੀਮ ਅਥਾਰਟੀ, ਉਹਦੇ ਨਾਲ ਕਨੈਕਟ ਕਰੋ ਆਪਣੇ ਆਪ ਨੂੰ। ਜਾਂ ਤੁਹਾਡਾ ਕੋਈ ਗੁਰੂ ਹੈ, ਉਹਦੇ ਨਾਲ ਕਨੈਕਟ ਕਰੋ। ਕਿਉਂਕਿ ਇਹ ਕਾਮਨ ਗੱਲ ਕਰਦੇ ਨੇ ਨਾ, ਜਿੱਥੇ ਕਈ ਗੁਰੂ ਨੂੰ ਨਹੀਂ ਵੀ ਮੰਨਦੇ ਹੈਗੇ, ਤੇ ਬਹੁਤੇ ਧਰਮਾਂ 'ਚ ਤਾਂ ਗੁਰੂ ਨੂੰ ਮੰਨਦੇ ਨੇ ਜਿਹੜੇ ਧਰਮੀ ਲੋਕ ਨਹੀਂ ਹੈਗੇ, ਪਰ ਸੁਪਰੀਮ ਅਥਾਰਟੀ ਤਾਂ ਸਾਰੇ ਹੀ ਮੰਨਦੇ ਨੇ ਨਾ। ਇੱਕ ਹੈ ਸੁਪਰ ਪਾਵਰ, ਉਹ ਕਹਿੰਦੇ ਉਹਦੇ ਨਾਲ ਆਪਣੇ ਆਪ ਨੂੰ ਕਨੈਕਟ ਕਰੋ ਜਾਂ ਆਪਣੇ ਗੁਰੂ ਦੇ ਨਾਲ ਕਰ ਲਓ। ਉਹਦੇ ਨਾਲ ਫਿਰ ਕੀ ਹੋਵੇਗਾ, ਜਿੰਨੀ ਵਾਰ ਤੁਸੀਂ ਉਹਦੇ ਆਪਣੇ ਆਪ ਨੂੰ ਕਨੈਕਟ ਕਰਦੇ ਹੋ ਆਪਣੇ ਗੁਰੂ ਨਾਲ ਜਾਂ ਰੱਬ ਨਾਲ ਜਾਂ ਪਰਮਾਤਮਾ ਦੇ ਨਾਲ, ਤੇ ਤੁਹਾਨੂੰ ਫਿਰ ਉੱਥੋਂ ਪ੍ਰੇਮ ਹੀ ਪ੍ਰੇਮ ਮਿਲਣਾ। ਕਿਉਂਕਿ ਉਹਦੇ ਕੋਲ ਹੈ ਹੀ ਪ੍ਰੇਮ, ਉਹਦੇ ਕੋਲ ਪਾਵਰ ਆ, ਉਹ ਕੋ ਸਾਰੀਆਂ ਸ਼ਕਤੀਆਂ ਦਾ ਮਾਲਕ ਉਹੀ ਹੈ, ਸੁਪਰੀਮ ਅਥਾਰਟੀ। ਸੋ ਉਹਦੇ ਨਾਲ ਆਪਣੇ ਆਪ ਨੂੰ ਬਾਰ-ਬਾਰ ਕਨੈਕਟ ਕਰੋ। ਗੱਲ ਤਾਂ ਉਹੀ ਆ ਗਈ ਨਾ, ਬੰਦਗੀ, ਮੈਡੀਟੇਸ਼ਨ, ਨਾਮ, ਬਾਰ-ਬਾਰ ਉਹੀ ਸਾਡਾ ਧਿਆਨ ਉੱਥੇ ਦਵਾ ਰਹੇ ਨੇ ਵੀ ਬਾਰ-ਬਾਰ ਤੁਸੀਂ ਆਪਣੇ ਆਪ ਨੂੰ ਕਨੈਕਟ ਕਰੋ, ਮੈਡੀਟੇਸ਼ਨ ਕਰੋ, ਉਹਨਾਂ ਦੀ ਕੰਪਨੀ ਕਰੋ। ਜਿੱਦਾਂ ਸਾਨੂੰ ਗੁਰਬਾਣੀ ਵਿੱਚ ਕਿਹਾ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵਿਗਤ ਪਾਹੇ। ਅਸੀਂ ਕਿਹਨਾਂ ਦੀ ਕੰਪਨੀ ਕਰੀਏ, ਜਿਹੜੇ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਦੇ ਨੇ। ਗੁਰਸਿੱਖ ਮਤਲਬ ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਦੇ ਨੇ, ਹੁਣ ਉਹਨਾਂ ਦੀ ਅਸੀਂ ਕੰਪਨੀ ਕਰੀਏ। ਸੋ ਮਨਮੁੱਖਾਂ ਦੀ ਨਾ ਕਰੀਏ। ਅਸੀਂ ਵੀ ਅਗਰ ਅਸੀਂ ਵੀ ਮਨਮੁੱਖ ਹਾਂ ਤਾਂ ਆਪਣੇ ਆਪ ਦੀਆਂ ਵੀ ਉਹ ਹੈਬਿਟਸ ਤੇ ਧਿਆਨ ਦਈਏ ਵੀ ਇਹ ਨਹੀਂ, ਇਹ ਮੈਨੂੰ ਤੋੜ ਰਹੀਆਂ ਨੇ ਮੇਰੇ ਸੈਲਫ ਦੇ ਨਾਲੋਂ, ਤੇ ਆਪਣੇ ਆਪ ਨੂੰ ਅਸੀਂ ਬਦਲ ਲਈਏ। ਇਹ ਫਾਇਦੇ ਕੀ ਨੇ,
ਇਹਦੇ ਬੈਨੀਫਿਟਸ ਕੀ ਨੇ ਅਗਰ ਅਸੀਂ ਸੈਲਫ ਲਵ ਦੇ ਵਿੱਚ ਆ ਜਾਂਦੇ ਹਾਂ? ਤਾਂ ਉਹ ਕਹਿੰਦੇ ਨੇ ਵੀ ਇੱਕ ਤਾਂ ਜਿਹੜਾ ਆ ਤੁਸੀਂ ਸੰਤੋਖ ਵਿੱਚ ਆ ਜਾਂਦੇ ਹੋ। ਸਭ ਤੋਂ ਵੱਡਾ ਤਾਂ ਇਹ ਗੁਣ ਆ ਸਾਡੇ ਜੀਵਨ ਜਿਉਣ ਦਾ, ਸਬਰ ਸੰਤੋਖ ਵਿੱਚ ਆ ਜਾਂਦੇ ਹੋ ਜਦੋਂ ਸੈਲਫ ਲਵ ਦੇ ਵਿੱਚ ਹੁੰਦੇ ਹੋ। ਉਹ ਦੇਖਣ ਲੱਗ ਜਾਂਦੇ ਹੋ ਜੋ ਤੁਹਾਡੇ ਪਾਸ, ਕਿਉਂਕਿ ਐਕਸੈਪਟੈਂਸ ਆ ਗਈ ਹੁਣ ਤੁਹਾਡੇ ਜੀਵਨ ਦੇ ਵਿੱਚ ਸੈਲਫ ਲਵ ਦੇ ਨਾਲ। ਤੁਸੀਂ ਆਪਣੇ ਆਪ ਨੂੰ ਸਵੀਕਾਰ ਕਰ ਲਿਆ ਜਿੱਦਾਂ ਦੇ ਵੀ ਤੁਸੀਂ। ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਪਣੀ ਗਰੋਥ ਨਹੀਂ ਕਰਨੀ। ਇਸ ਦਾ ਮਤਲਬ ਇਹ ਵੀ ਨਹੀਂ ਕਿ ਤੁਹਾਨੂੰ ਆਪਣੀਆਂ ਗਲਤੀਆਂ ਨਹੀਂ ਪਤਾ, ਆਪਣੀਆਂ ਕਮੀਆਂ ਨਹੀਂ ਪਤਾ। ਉਹਨੂੰ ਵੀ ਐਕਸੈਪਟ ਕਰ ਲੈਣਾ, ਹਾਂ ਆ ਮੇਰੇ ਵਿੱਚ ਕਮੀਆਂ ਆ, ਇਹਨੂੰ ਮੈਂ ਸੁਧਾਰਨਾ ਆ ਔਰ ਇਹਨੂੰ ਸੁਧਾਰਿਆ ਜਾ ਸਕਦਾ ਹੈ। ਇਹ ਬੈਨੀਫਿਟ ਆ ਜਾਣਾ ਜਦੋਂ ਸੈਲਫ ਲਵ ਦੇ ਵਿੱਚ ਅਸੀਂ ਆਉਣ ਲੱਗ ਗਏ, ਆਪਣੇ ਆਪ ਨੂੰ ਸੁਧਾਰਨ ਲੱਗ ਜਾਵਾਂਗੇ। ਉਸ ਜਰਨੀ ਤੇ ਸਾਡੀ ਜਿਹੜੀ ਹੈ ਉਹ ਕਦਮ ਜਿਹੜੇ ਨੇ ਅੱਗੇ ਵਧਣੇ ਸ਼ੁਰੂ ਹੋ ਜਾਣਗੇ, ਜਿਹੜੇ ਕਿ ਸਾਨੂੰ ਆਪਣੇ ਸੈਲਫ ਤੱਕ, ਆਪਣੇ ਆਪ ਤੱਕ ਹੀ ਲੈ ਕੇ ਜਾਂਦੇ ਨੇ। ਫਿਰ ਅੱਗੇ ਕਹਿੰਦੇ ਨੇ ਵੀ ਜਿਹੜਾ ਹੈ ਵੀ ਤੁਹਾਡੇ ਵਿੱਚ ਇੰਨੀ ਸ਼ਕਤੀ ਆ ਜਾਂਦੀ, ਕੋਈ ਐਡਵਰਸਿਟੀ ਵੀ ਆ ਜਾਵੇ, ਕੋਈ ਮੁਸੀਬਤ ਆ ਜਾਵੇ, ਵਿਪਤਾ ਆ ਜਾਵੇ, ਤੁਸੀਂ ਉਹਦੇ ਨਾਲ ਡੀਲ ਕਰ ਸਕੋਗੇ, ਕਿਉਂਕਿ ਤੁਹਾਡੀ ਹੁਣ ਪਾਵਰ ਜਾਗ ਗਈ ਹੈ। ਸੈਲਫ ਲਵ ਦਾ ਮਤਲਬ ਤੁਹਾਡੀ ਹੁਣ ਅੰਦਰਲੀ ਸ਼ਕਤੀ ਜਾਗ ਗਈ ਹੈ। ਕੋਈ ਦੁੱਖ, ਕੋਈ ਮੁਸੀਬਤ, ਕੋਈ ਵਿਪਤਾ ਆ ਗਈ, ਤੁਸੀਂ ਉਹਦੇ ਨਾਲ ਆਰਾਮ ਨਾਲ ਡੀਲ ਕਰ ਲਓਗੇ। ਤੇ ਇੱਕ ਤਾਂ ਹੁੰਦਾ ਜਦੋਂ ਦੁੱਖ ਆਇਆ, ਮੁਸੀਬਤ ਆਏ ਵੀ ਹਾਲੇ 100 ਕੋ ਦੂਰ ਦੁੱਖਿਆ ਤਾਂ ਪਹਿਲਾਂ ਹੀ ਡਰ ਕੇ ਆਪਣੀ ਜਾਨ ਗਵਾ ਲਈ। ਤਾਂ ਇਹਦੇ ਵਿੱਚ ਇੰਨੀ ਸ਼ਕਤੀ ਆ ਜਾਂਦੀ ਕਿ ਤੁਸੀਂ ਉਹਨੂੰ ਡੀਲ ਕਰ ਪਾਓਗੇ, ਵੀ ਇਹਨੂੰ ਉਹਦੀ ਤੁਸੀਂ ਪ੍ਰੋਬਲਮ ਦੇ ਬਜਾਏ ਉਹਦਾ ਸੋਲੂਸ਼ਨ ਲੱਭਣ ਲੱਗ ਜਾਓਗੇ। ਇਹ ਸੈਲਫ ਲਵ ਦਾ ਇੱਕ ਐਡਾ ਵੱਡਾ ਗੁਣ ਹੈ। ਹੋਰ ਕੀ ਕਹਿੰਦੇ ਨੇ, ਤੁਹਾਡਾ ਲਾਈਫ ਸਟਾਈਲ ਜਿਹੜਾ ਹੈਲਥੀ ਹੋ ਜਾਂਦਾ। ਤੁਹਾਡਾ ਖਾਣਾ ਹੈਲਥੀ ਖਾਓਗੇ, ਤੁਸੀਂ ਸੋਚ ਅੱਛੀ ਰੱਖੋਗੇ, ਤੁਸੀਂ ਪੜੋਗੇ ਅੱਛਾ, ਤੁਹਾਡਾ ਬਿਹੇਵੀਅਰ ਅੱਛਾ ਹੋਏਗਾ, ਸਾਰਾ ਕੁਝ ਹੀ ਤੁਹਾਡਾ ਜਿਹੜਾ ਹੈਲਥੀ ਲਾਈਫ ਸਟਾਈਲ ਜ਼ਿੰਦਗੀ ਦਾ ਹੋ ਜਾਵੇਗਾ। ਤੁਹਾਡੇ ਰਿਲੇਸ਼ਨ ਵੀ ਹੈਲਥੀ ਹੋਣਗੇ। ਇੱਕ ਹੁੰਦਾ ਨਾ ਕਲਾ ਕਲੇਸ਼ ਵਾਲੇ ਰਿਸ਼ਤੇ, ਇੱਕ ਹੁੰਦੇ ਨੇ ਸਾਡੇ ਪ੍ਰੇਮ ਵਾਲੇ ਸਟਰੋਂਗ ਰਿਸ਼ਤੇ, ਤੁਹਾਡੇ ਇਦਾਂ ਦੇ ਹੋਣਗੇ। ਤੁਸੀਂ ਜਿੱਥੇ ਵੀ ਜਾਓਗੇ, ਇਹ ਨਹੀਂ ਕਿ ਆਪਣੇ ਪਰਿਵਾਰਕ ਰਿਸ਼ਤੇ ਜਾਂ ਫਰੈਂਡਲੀ, ਤੁਸੀਂ ਕਿਤੇ ਵੀ ਜਾਓਗੇ ਸੋਸਾਇਟੀ ਵਿੱਚ, ਤਾਂ ਉੱਥੇ ਤੁਹਾਡੇ ਜਿਹੜਾ ਆ ਹੈਲਥੀ ਲਾਈਫ ਸਟਾਈਲ ਹੀ ਰਹੇਗਾ। ਉਹਦੇ ਵਿੱਚ ਹੋਰ ਕੀ ਆ ਜਾਂਦਾ ਹੈ, ਤੁਸੀਂ ਦੂਸਰਿਆਂ ਨੂੰ ਵੀ ਐਪਰੀਸ਼ੀਏਟ ਕਰਨ ਲੱਗ ਜਾਂਦੇ ਹੋ। ਤੇ ਨਹੀਂ ਤਾਂ ਜਦੋਂ ਲੈਕ ਹੁੰਦਾ ਆ, ਫਿਰ ਕੀ ਕਰਦੇ ਆ, ਦੂਸਰਿਆਂ ਦੀ ਅਸੀਂ ਚੁਗਲੀ, ਨਿੰਦਿਆ, ਬੁਰਾਈ, ਜੈਲਸੀ, ਇਹ ਲੈਕ ਦੀਆਂ ਨਿਸ਼ਾਨੀਆਂ ਨੇ। ਤੇ ਜਦੋਂ ਸੈਲਫ ਲਵ ਹੁੰਦਾ, ਤੁਸੀਂ ਐਪਰੀਸ਼ੀਏਟ ਕਰਦੇ ਹੋ। ਔਰ ਨੋ ਕੰਪੈਰੀਜ਼ਨ, ਹੋਰ ਵੱਡਾ ਇਹਨਾਂ ਨੇ ਗੁਣ ਲਿਖਿਆ, ਇਹ ਬੈਨੀਫਿਟ ਹੈ ਇਹਦਾ, ਵੀ ਤੁਸੀਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਦੇ। ਤੁਸੀਂ ਕੀ ਕਰਦੇ ਹੋ, ਕੋਈ ਅਗਰ ਤੁਹਾਡੇ ਤੋਂ ਅੱਗੇ ਵਧ ਰਿਹਾ, ਤੁਸੀਂ ਵੀ ਉਨੀ ਮਿਹਨਤ ਕਰ ਰਹੇ ਹੋ, ਉਹ ਵੀ ਕਰ ਰਿਹਾ, ਪਰ ਉਹ ਅੱਗੇ ਵਧ ਗਿਆ। ਇੱਥੇ ਇਹਨਾਂ ਨੇ ਰਿਸਰਚਸ ਕੀਤੀਆਂ ਸੀਗੀਆਂ, ਉਹ ਕਹਿੰਦੇ ਵੀ ਜਿਨ੍ਹਾਂ 'ਚ ਤਾਂ ਲੈਕ ਸੀਗੀ, ਉਹ ਤਾਂ ਹਿਟਰਟ ਕਰਨ ਲੱਗ ਗਏ, ਬਦਲਾ ਲੈਣ ਦੀ ਭਾਵਨਾ ਰੱਖਣ ਲੱਗ ਗਏ, ਜਾਂ ਉਹਨਾਂ ਬਾਰੇ ਸੋਚਣ ਲੱਗ ਗਏ ਉਹਨਾਂ ਦਾ ਨੁਕਸਾਨ ਹੋ ਜਾਵੇ। ਪਰ ਜਿਹੜੇ ਸੈਲਫ ਲਵ ਦੇ ਵਿੱਚ ਸੀਗੇ, ਉਹ ਖੁਸ਼ ਹੋਏ ਕੋਈ ਅਗਰ ਅੱਗੇ ਵਧ ਗਿਆ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਲੈਸਨ ਲਰਨ ਕੀਤਾ ਕਿ ਉਹਦੀ ਪਤਾ ਨਹੀਂ, ਇਹਦੇ ਪਿੱਛੇ ਸਾਨੂੰ ਦਿਖ ਰਹੀ ਇੰਨੀ ਮਿਹਨਤ ਹੈ, ਪਿੱਛੇ ਪਤਾ ਨਹੀਂ ਹੋਰ ਕਿੰਨੀ ਮਿਹਨਤ ਹੋ ਸਕਦੀ ਹੈ, ਜਾਂ ਇਸ ਤੋਂ ਹੋਰ ਉੱਪਰਲਾ ਲੈਵਲ ਵੀ ਕਈਆਂ ਦਾ ਹੋ ਗਿਆ। ਉਹਨਾਂ ਨੇ ਕਿਹਾ ਉਹਨਾਂ ਉਹਦੀ ਡੈਸਟਨੀ, ਉੱਥੇ ਤੱਕ ਸੋਚਣ ਲੱਗ ਗਏ, ਉਹਦੀ ਕਿਸਮਤ। ਔਰ ਜਿਹੜੀਆਂ ਸਪਿਰਿਚੁਅਲ ਸੋਲ ਸੀਗੀਆਂ, ਉਹਨਾਂ ਨੇ ਕਿਹਾ ਵੀ ਉਹਦੇ ਤੇ ਗ੍ਰੇਸ, ਉਹਦੇ ਤੇ ਕਿਰਪਾ ਸੀ। ਮਤਲਬ ਇੰਨਾ ਪੋਜ਼ਿਟਿਵ ਤਰੀਕੇ ਨਾਲ ਦੇਖਣ ਲੱਗ ਗਏ, ਉਹਦੇ ਤੇ ਕਿਰਪਾ ਦੇਖਣ ਲੱਗ ਗਏ, ਉੱਤੇ ਕਿਰਪਾ ਸੀ, ਉਹਨੇ ਮਿਹਨਤ ਵੀ ਕੀਤੀ, ਤਾਂ ਉਹਦੀ ਬੜੀ ਘਾਲਣਾ ਹੋਏਗੀ, ਉਹਨੂੰ ਇਹ ਤਾਂ ਚੀਜ਼ ਇਹ ਮਿਲੀ। ਇਹ ਇੱਥੇ ਉਹ ਕਰ ਰਹੇ ਨੇ ਜਿਹੜੇ ਸਪਿਰਿਚੁਅਲ ਤੌਰ ਤੇ ਅੱਗੇ ਨਿਕਲ ਗਏ, ਉਹ ਗੁਰੂ ਕਿਰਪਾ ਨੂੰ ਦੇਖਣ ਲੱਗ ਗਏ ਵੀ ਸੇਵਾ ਤਾਂ ਬੰਦਗੀ ਤਾਂ ਸਾਰੇ ਹੀ ਕਰਦੇ ਹੁੰਦੇ ਨੇ, ਪਰ ਜਿਹਦੇ ਤੇ ਗੁਰਪ੍ਰਸਾਦ ਵਰਸਿਆ ਉਹਨਾਂ ਨੂੰ ਫਲ ਮਿਲ ਗਿਆ। ਇਹ ਤਾਂ ਸਾਨੂੰ ਗੁਰਬਾਣੀ ਵਿੱਚ ਕਿੰਨਾ ਸਮਝਾਇਆ ਜਾਂਦਾ, ਗੁਰਪ੍ਰਸਾਦ, ਗੁਰੂ ਦੀ ਕਿਰਪਾ। ਹੋਰ ਕਹਿੰਦੇ ਤੁਸੀਂ ਆਸ਼ਾਵਾਦੀ ਹੋ ਜਾਂਦੇ ਹੋ, ਨਿਰਾਸ਼ਾਵਾਦੀ ਨਹੀਂ ਰਹਿੰਦੇ। ਹੁਣ ਇਹ ਦੇਖੀ ਜਾਓ, ਜਿਹੜੇ ਜਿਹੜੇ ਸੈਲਫ ਲਵ ਵਿੱਚ ਨੇ ਉਹਨਾਂ ਕੋਲੇ ਗੁਣ ਹੈ ਸਾਡੇ ਸੰਗਤ ਦੇ ਵਿੱਚ, ਆਪਣੇ ਆਪ ਨੂੰ ਅਸੀਂ ਸਾਰਿਆਂ ਨੇ ਨੋਟਿਸ ਕਰਨਾ, ਤੇ ਉਹ ਆਸ਼ਾਵਾਦੀ ਰਹਿਣਗੇ। ਉਹ ਇਹ ਨਹੀਂ ਵੀ ਹਾਏ ਆਹ ਕੀ ਹੋ ਗਿਆ, ਢਹਿ ਢਾਰੀ ਨਹੀਂ, ਜਿੰਨੇ ਮਰਜ਼ੀ ਫੇਲੀਅਰ ਆ ਜਾਣ, ਉਹਦੇ ਵਿੱਚੋਂ ਵੀ ਉਹ ਕੁਝ ਚੰਗਾ ਲੱਭ ਕੇ, ਕੁਝ ਲਰਨ ਕਰਕੇ ਅੱਗੇ ਨਿਕਲਦੇ ਨੇ। ਫੇਲੀਅਰ ਦੇ ਵਿੱਚ ਸਟਕ ਨਹੀਂ ਹੋ ਜਾਂਦੇ, ਆਸ਼ਾਵਾਦੀ ਹੁੰਦੇ ਨੇ। ਫਿਰ ਹੋਰ ਕੀ ਕਰਦੇ ਨੇ, ਇਹਨਾਂ ਦੀ ਸੈਲਫ ਸਟੀਮ, ਆਤਮ सम्मान, ਸੋ ਆਪਣੇ ਆਪ ਨੂੰ ਰਿਸਪੈਕਟ ਦੇਣ ਲੱਗ ਜਾਂਦੇ ਨੇ ਜਿਹੜੇ ਸੈਲਫ ਲਵ ਵਾਲੇ। ਦੂਸਰੇ ਤੋਂ ਨਹੀਂ ਉਡੀਕਦੇ ਵੀ ਕੋਈ, ਅਸੀਂ ਤਾਂ ਦੂਸਰੇ ਨੂੰ ਚਾਹੁੰਦੇ ਦੂਸਰਾ ਮੈਨੂੰ ਐਪਰੀਸ਼ੀਏਟ ਕਰੇ। ਨਹੀਂ, ਇਹ ਜਿਹੜੀ ਸੈਲਫ ਸਟੀਮ ਵਾਲੀ ਗੱਲ ਆ ਨਾ, ਇਹ ਚਾਈਨਾ ਦੀ ਯੂਨੀਵਰਸਿਟੀ ਨੇ ਬਹੁਤ ਸਾਲਾਂ ਦੀ ਸਟੱਡੀਜ਼ ਤੋਂ ਬਾਅਦ ਉਹ ਦੱਸ ਰਹੇ ਨੇ, ਹੋਰ ਯੂਨੀਵਰਸਿਟੀਜ਼ ਵੀ ਇਹਦੇ ਬਾਰੇ ਕਹਿ ਰਹੀਆਂ ਨੇ ਵੀ ਚਾਈਨਾ ਦੇ ਵਿੱਚ ਨਾ
ਆਹ ਜਿਹੜਾ ਸੈਲਫ ਸਟੀਮ ਇਹ ਘਰਾਂ ਵਿੱਚੋਂ ਹੀ ਔਰ ਸਕੂਲਸ ਦੇ ਵਿੱਚ ਹੀ ਸਿਖਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਹੀ ਵਜ੍ਹਾ ਹੈ ਜਿਹੜੇ ਚਾਈਨੀਜ਼ ਨੇ ਇਹ ਆਪਣੀ ਲੈਂਗੁਏਜ ਬੋਲਦਿਆਂ ਝਿਜਕਦੇ ਨਹੀਂ, ਇਹ ਆਪਣੇ ਕਲਚਰ ਵਿੱਚ ਰਹਿੰਦਿਆਂ ਝਿਜਕਦੇ ਨਹੀਂ, ਹੈਸੀਟੇਟ ਨਹੀਂ ਕਰਦੇ। ਅਸੀਂ ਦੇਖੋ, ਸਾਨੂੰ ਲੱਗਦਾ ਵੀ ਆਪਣੀ ਪੰਜਾਬੀ ਵਾਲਾ ਕਹਿੰਦਾ ਮੈਂ ਪੰਜਾਬੀ ਨਹੀਂ, ਮੈਂ ਤਾਂ ਇੱਥੇ ਇੰਗਲਿਸ਼ ਬੋਲ ਕੇ ਦਿਖਾਊਂਗਾ, ਉਹਦੇ ਨਾਲ ਸ਼ਾਇਦ ਮੈਂ ਜ਼ਿਆਦਾ ਵਧੀਆ ਗਿਣਾ ਜਾਵਾਂਗਾ, ਕਿਉਂਕਿ ਸਾਡੀ ਇਹ ਵੀ ਲੋ ਸੈਲਫ ਸਟੀਮ ਦੀ ਨਿਸ਼ਾਨੀ ਹੈ। ਇਹ ਨਹੀਂ ਕਿ ਤੁਹਾਨੂੰ ਲੈਂਗੁਏਜ ਨਹੀਂ ਆਉਣੀ ਚਾਹੀਦੀ, ਤੁਸੀਂ ਬੋਲਣਾ ਨਹੀਂ ਆ, ਪਰ ਤੁਹਾਨੂੰ ਇਹ ਕਮੀ ਨਾ ਲੱਗੇ ਵੀ ਤੁਸੀਂ ਆਪਣੀ ਜਦੋਂ ਭਾਸ਼ਾ ਬੋਲਦੇ ਹੋ, ਆਪਣੀ ਲੈਂਗੁਏਜ ਬੋਲਦੇ ਹੋ ਜਾਂ ਆਪਣੇ ਕਲਚਰ ਵਿੱਚ ਜਦੋਂ ਹੁੰਦੇ ਹੋ ਆਪਣੀ ਉਹਦੇ ਵਿੱਚ, ਤਾਂ ਉਹ ਕਹਿੰਦੇ ਉਦੋਂ ਅਗਰ ਤੁਹਾਨੂੰ ਲੱਗਦਾ ਵੀ ਨਹੀਂ ਦੂਸਰਾ ਸੁਪੀਰੀਅਰ ਆ, ਤਾਂ ਤੁਹਾਨੂੰ ਇਹ ਲੈਕ ਆਫ ਸੈਲਫ ਲਵ ਆ, ਤਾਂ ਸੈਲਫ ਸਟੀਮ ਦੀ ਕਮੀ ਹੈ। ਤਾਂ ਇਹ ਸਾਡੀ ਸੈਲਫ ਸਟੀਮ ਇਹ ਚਾਈਨੀਜ਼ ਲੋਕਾਂ ਵਿੱਚ ਹੈ, ਉਹਨਾਂ ਨੂੰ ਕੋਈ ਝਿਜਕ ਨਹੀਂ ਆ, ਆਪਣੀ ਲੈਂਗੁਏਜ ਬੋਲਦੇ ਹਰ ਜਗ੍ਹਾ। ਤੇ ਅਸੀਂ ਤਾਂ ਅਪੀਲ ਕਰ ਲੈਂਦੇ ਤੈਨੂੰ ਇੰਗਲਿਸ਼ ਨਹੀਂ ਆਉਂਦੀ, ਅਸੀਂ ਤਾਂ ਕਿਵੇਂ ਡਾਊਨ ਇਸ ਸਿਖਾਉਂਦੇ ਅਸੀਂ ਘਰਾਂ 'ਚ ਬੱਚਿਆਂ ਨੂੰ, ਪਾਉਂਦੇ ਨਹੀਂ ਉਹਦੇ ਵਿੱਚ। ਤਾਂ ਇਹ ਉਹ ਯੂਨੀਵਰਸਿਟੀ ਕਹਿੰਦੀ ਹੈ ਕਿ ਜਿਹੜਾ ਬੰਦਾ ਆਪਣੀਆਂ ਵੈਲਿਊਜ਼ ਦੇ ਨਾਲ ਸਮਝੌਤਾ ਨਹੀਂ ਕਰਦਾ, ਰਿਚੁਅਲ ਦੀ ਨਹੀਂ ਗੱਲ ਹੋ ਰਹੀ, ਜਿਹੜੇ ਵੈਲਿਊਜ਼ ਨੇ ਚਾਹੇ ਆਪਣੇ ਕਲਚਰ ਦੀਆਂ ਨੇ ਜਾਂ ਜੋ ਵੀ ਨੇ, ਉਹ ਹਮੇਸ਼ਾ ਹੀ ਜਿਹੜਾ ਹੈ ਸੈਲਫ ਸਟੀਮ ਦੇ ਵਿੱਚ ਹੀ ਰਹਿੰਦੇ ਨੇ, ਸੈਲਫ ਲਵ ਦੇ ਵਿੱਚ ਰਹਿੰਦੇ ਨੇ। ਸੋ ਇਹ ਅਸੀਂ ਸਾਡੇ ਵਿੱਚ ਇਹ ਲੈ ਕੇ ਆ ਜਿਹਦੇ ਕਰਕੇ ਅਸੀਂ ਹੈਸੀਟੇਟ ਕਰਦੇ ਹਾਂ ਵੀ ਲੋਕ ਕੀ ਕਹਿਣਗੇ, ਮੈਨੂੰ ਉਹਨਾਂ ਵਰਗਾ ਹੀ ਦਿਖਣਾ ਚਾਹੀਦਾ। ਨਹੀਂ, ਉਹ ਕਹਿੰਦੇ ਨੇ ਰੱਬ ਨੇ ਸਾਰੇ ਇੱਕੋ ਜਿਹੇ ਬਣਾਏ ਹੀ ਨਹੀਂ, ਤਾਂ ਉਹਨੇ ਅਲੱਗ-ਅਲੱਗ ਕਲਚਰ ਪੈਦਾ ਕੀਤੇ ਨੇ, ਸਾਰਿਆਂ ਨੂੰ ਆਪਣੇ ਵਿੱਚ ਖੁਸ਼ ਰਹਿਣਾ ਚਾਹੀਦਾ ਔਰ ਦੂਸਰੇ ਦੀ ਵੀ ਰਿਸਪੈਕਟ ਕਰਨੀ ਚਾਹੀਦੀ, ਉਹਨੂੰ ਵੀ ਨਹੀਂ ਨਿੰਦਣਾ ਚਾਹੀਦਾ। ਇਹ ਸੈਲਫ ਲਵ ਦੇ ਵਿੱਚ ਆਪਣੇ ਆਪ ਹੀ ਚੀਜ਼ਾਂ ਆਈ ਜਾਣੀਆਂ। ਸੋ ਕਿੰਨੇ ਸੰਗਤ ਜੀ ਸਾਨੂੰ ਫਾਇਦੇ ਪਤਾ ਚੱਲ ਗਏ ਸੈਲਫ ਲਵ ਦੇ। ਔਰ ਜਦੋਂ ਮੈਂ ਸਟੱਡੀਜ਼ ਪੜ੍ਹ ਰਹੀ ਸੀ ਤਾਂ ਦਿਮਾਗ ਵਿੱਚ ਆਇਆ ਵੀ ਅਸੀਂ ਤਾਂ ਉਹ ਵਿਚਾਰਾਂ ਹਰ ਹਫਤੇ ਅਸੀਂ ਇਹੋ ਜਿਹੇ ਹੀ ਕਰਦੇ ਹਾਂ, ਇਹ ਪਹਿਲਾਂ ਹੀ ਸੈਲਫ ਲਵ ਗੁਰਬਾਣੀ ਸਾਡਾ ਡਿਵੈਲਪ ਕਰ ਰਹੀ ਹੈ। ਸੋ ਐਕਚੁਅਲੀ ਪ੍ਰੇਮ ਜਿਹੜਾ ਹੈ ਉਹ ਅਸੀਂ ਪਰਮਾਤਮਾ ਦੇ ਨਾਲ ਹੀ ਪ੍ਰੇਮ ਦੇ ਵਿੱਚ ਡੁੱਬਣਾ ਸੀ। ਅਸੀਂ ਦੂਸਰਿਆਂ ਤੋਂ ਪਿਆਰ ਲੱਭਦੇ ਰਹਿ ਗਏ, ਅਸੀਂ ਸਰੀਰਾਂ ਤੋਂ ਪਿਆਰ ਲੱਭਿਆ। ਦੂਸਰੇ ਨਾਲ ਪਿਆਰ ਵੀ ਹੋਣਾ ਚਾਹੀਦਾ, ਉਹ ਜਿਹੜਾ ਸੋਲ ਲੈਵਲ ਤੇ, ਰੂਹ ਦੇ ਲੈਵਲ ਤੇ ਉਹ ਪ੍ਰੇਮ ਆ, ਉਹਦੇ ਵਿੱਚ ਪਵਿੱਤਰਤਾ ਆ। ਦੇਹ ਦੇ ਲੈਵਲ ਤੇ ਕਾਮਨਾ ਆ, ਉਹ ਵਾਸ਼ਨਾ ਆ। ਜਿਹੜੀ ਰੂਹ ਦੇ ਲੈਵਲ ਤੇ ਉਹ ਪ੍ਰੇਮ ਆ, ਉਹ 'ਚ ਪਿਓਰਿਟੀ ਆ, ਉਹਦੇ ਵਿੱਚ ਰੱਬ ਆ। ਉਹ ਕਿਸੇ ਨਾਲ ਵੀ ਹੋ ਸਕਦਾ ਪ੍ਰੇਮ ਸਾਨੂੰ, ਔਰ ਇਹ ਹੋਣਾ ਵੀ ਚਾਹੀਦਾ। ਪ੍ਰੇਮ ਕਿਤੇ ਵੀ ਹੋਵੇ, ਉਹ 'ਚ ਕਾਮਨਾ ਨਹੀਂ ਨਾ, ਉਹ ਤੋਂ ਕੁਛ ਲੈਣਾ ਨਹੀਂ, ਕੋਈ ਸਰੀਰ ਦੀ ਵਾਸ਼ਨਾ ਨਹੀਂ ਆ, ਕੋਈ ਲੈਣ ਦੀ ਵਾਸ਼ਨਾ ਨਹੀਂ ਹੈ, ਇਹ ਪਵਿੱਤਰ ਪ੍ਰੇਮ ਹੈ। ਉਹ ਇਹ ਸੈਲਫ ਲਵ ਦੀ ਅਸੀਂ ਕਿੰਨੀਆਂ ਗੱਲਾਂ ਕੀਤੀਆਂ। ਗੁਰਬਾਣੀ ਵਿੱਚ ਗੁਰੂ ਮਹਾਰਾਜ ਜੀ ਕੀ ਕਹਿੰਦੇ ਨੇ? ਮਹਾਰਾਜ ਸਾਨੂੰ ਕਹਿੰਦੇ ਨੇ ਤੂੰ ਪ੍ਰੇਮ ਤਾਂ ਜਾਣਦੀ ਹੀ ਨਹੀਂ, ਇਹ ਜੀਵਾਤਮਾ ਪੰਥਾ ਪ੍ਰੇਮ ਨਾ ਜਾਣਈ, ਭੁੱਲੀ ਫਿਰੇ ਗਵਾਰ। ਦੇਖੋ ਮਹਾਰਾਜ ਸਾਨੂੰ ਕੀ ਕਹਿੰਦੇ ਨੇ, ਕਹਿੰਦੇ ਤੂੰ ਪ੍ਰੇਮ ਜਾਣਦੀ ਨਹੀਂ, ਐ ਮੂਰਖ ਆਤਮਾ, ਤੂੰ ਐਵੇਂ ਭੁੱਲੀ ਫਿਰਦੀ ਹੈ। ਅਸੀਂ ਆਹ ਦੇਖ ਲਓ ਅੱਜ ਰਿਸਰਚਸ ਦੱਸ ਰਹੀਆਂ ਨੇ ਵੀ 85% ਲੋਕ ਅੱਜ ਵਰਲਡ ਦੇ ਜਿਹੜੇ ਨੇ ਉਹ ਸੈਲਫ ਲਵ ਨੂੰ ਨਹੀਂ ਫੀਲ ਕਰ ਰਹੇ। ਗੁਰੂ ਮਹਾਰਾਜ ਸਾਨੂੰ ਪਹਿਲਾਂ ਹੀ ਦੱਸਦੇ ਨੇ ਤੂੰ ਐਵੇਂ ਕਰ ਰਹੀ ਆ। ਫਿਰ ਮਿਲੇਗਾ ਕਿਵੇਂ ਮਹਾਰਾਜ ਜੀ? ਅਸੀਂ ਨਹੀਂ ਜਾਣਦੇ, ਮਿਲੇਗਾ ਕਿਵੇਂ? ਕਿਵੇਂ ਭੁੱਲ ਗਏ ਅਸੀਂ? ਨਾਨਕ ਹਰ ਵਿਸਰਾਏ ਕੇ, ਪਾਉਂਦੇ ਨਰਕ ਅੰਧਿਆਰ। ਗੁਰੂ ਮਹਾਰਾਜ ਕਹਿੰਦੇ ਨੇ ਹਰੀ ਨੂੰ ਤੂੰ ਵਿਸਾਰ ਦਿੱਤਾ, ਪਰਮਾਤਮਾ ਨੂੰ ਤੂੰ ਭੁਲਾ ਦਿੱਤਾ, ਤੂੰ ਉਹਦਾ ਹੀ ਰੂਪ ਆ, ਤੂੰ ਉਹਦਾ ਹੀ ਅੰਸ਼ ਆ, ਉਹਨੂੰ ਯਾਦ ਕਰ, ਤੇਰੇ ਗੁਣ ਤੇਰੇ ਉਹ ਜਾਗਰਤ ਹੋਈ ਜਾਣੇ ਨੇ, ਤੂੰ ਉਹ ਪ੍ਰੇਮ ਦੀ ਉਸ ਸਟੇਟ ਦੇ ਵਿੱਚ ਤੂੰ ਆ ਜਾਣਾ, ਪ੍ਰੇਮ ਦੇ ਵਿੱਚ। ਸੋ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਪ੍ਰੇਮ ਮਿਲਦਾ, ਜਿਹੜੇ ਉਹਨੂੰ ਪ੍ਰੇਮ ਕਰਦੇ ਨੇ ਪਰਮਾਤਮਾ ਨੂੰ, ਉਹ ਫਿਰ ਪਤਾ ਕਿੱਦਾਂ ਐਕਸਪ੍ਰੈਸ ਕਰਦੇ ਨੇ? ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਪਰਮਾਤਮਾ ਤੂੰ ਮੈਨੂੰ ਪ੍ਰੇਮ ਦਾ ਪਟੋਲਾ ਦੇ ਦਿੱਤਾ। ਅਸੀਂ ਤਾਂ ਕਹਿੰਦੇ ਪਰਮਾਤਮਾ ਤੂੰ ਮੈਨੂੰ ਘਰ ਦੇ ਦਿੱਤਾ, ਮੈਨੂੰ ਪੁੱਤ ਦੇ ਦਿੱਤਾ, ਮੈਨੂੰ ਧੀ ਦੇ ਦਿੱਤੀ, ਕਿਉਂਕਿ ਅਸੀਂ ਤ੍ਰਿਸ਼ਨਾ 'ਚ ਹਾਂ, ਅਸੀਂ ਇਹਦੇ 'ਚ ਹੀ ਫਸੇ ਹਾਂ। ਤੇ ਉਹ ਫਿਰ ਪ੍ਰੇਮੀ ਰੂਹਾਂ ਕੀ ਕਹਿੰਦੇ ਨੇ? ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਤੂੰ ਮੈਨੂੰ ਪ੍ਰੇਮ ਦਾ ਪਟੋਲਾ ਦੇ ਦਿੱਤਾ, ਮੇਰੀ ਪੱਤ ਢੱਕ ਲਈ, ਸਾਰੇ ਮੇਰੇ ਐਬ ਜਿਹੜੇ ਨੇ, ਬੁਰਾਈਆਂ ਨੇ, ਮੇਰੇ ਰੋਗ ਜਿਹੜੇ ਮਨ ਦੇ ਰੋਗ ਨੇ, ਬਿਮਾਰੀਆਂ ਨੇ, ਇਹ ਸਾਰੀਆਂ ਮੇਲਾਂ ਤੂੰ ਸਾਫ਼ ਕਰ ਦਿੱਤੀਆਂ, ਆਪਣਾ ਪ੍ਰੇਮ ਦਾ ਪਟੋਲਾ ਦੇ ਕੇ ਢੱਕ ਲਿਆ ਤੂੰ ਮੈਨੂੰ, ਮੇਰੇ ਪਰਦੇ ਹੀ ਢੱਕ ਲਿਆ ਤੂੰ ਪਰਮਾਤਮਾ।
ਕਿੱਡਾ ਪ੍ਰੇਮ ਦੀ ਸ਼ਕਤੀ ਹੈ ਬਾਰੇ ਸਾਨੂੰ ਦੱਸਦੇ ਨੇ ਸਾਡੇ ਬਾਰੇ। ਕਹਿੰਦੇ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ। ਚਾਖਿਆ ਨਹੀਂ ਅਸੀਂ ਪ੍ਰੇਮ, ਨਹੀਂ ਰਸ ਉਹਦਾ ਲਿਆ ਨਹੀਂ। ਕਿਉਂ ਨਹੀਂ ਲੈ ਪਾਏ ਅਸੀਂ? ਮਨ ਤ੍ਰਿਸ਼ਨਾ ਨਾ ਬੁੱਝੀ ਮੇਰੇ ਪਿਆਰੇ ਨਿਤ ਆਸ ਕਰੇ। ਆਸ ਤਾਂ ਲੱਗੀ ਹੋਈ ਪਰਮਾਤਮਾ ਨੂੰ ਮਿਲਣ ਦੀ, ਪਰ ਮਨ ਦੀ ਤ੍ਰਿਸ਼ਨਾ ਨਹੀਂ ਸਾਡੀ ਬੁੱਝੀ। ਹੁਣ ਦੇਖੋ ਉਹ ਰਿਸਰਚ ਨੇ ਅੱਜ ਕੀ ਕਹਿ ਦਿੱਤਾ ਅੱਜ ਦੀ ਡੇਟ ਵਿੱਚ, ਇਹ ਉਹ ਕਹਿੰਦੇ ਨੇ ਵੀ ਜਿਹੜਾ ਤੁਹਾਡੇ ਵਿੱਚ ਸੰਤੋਖ ਆ ਜਾਂਦਾ ਤਾਂ ਉਦੋਂ ਸੈਲਫ ਲਵ ਵਿੱਚ ਤੁਸੀਂ ਹੁੰਦੇ ਹੋ। ਤਾਂ ਹੁਣ ਗੁਰੂ ਮਹਾਰਾਜ ਨੇ ਵੀ ਦੱਸ ਦਿੱਤਾ ਵੀ ਜਿੱਥੇ ਤ੍ਰਿਸ਼ਨਾ ਨਹੀਂ ਹੈਗੀ ਉੱਥੇ ਪ੍ਰੇਮ ਚੋਂ ਤੁਸੀਂ ਜੀ। ਅੱਜ ਰਿਸਰਚਸ ਜਿਹੜੀਆਂ ਨੇ ਇਹ ਗੁਰਬਾਣੀ ਦੇ ਨਾਲ ਉੱਥੇ ਹੀ ਆ ਕੇ ਜਿਹੜਾ ਆਪਣਾ ਫਾਈਨਲ ਡਿਸੀਜ਼ਨ ਦੇਣ ਲੱਗ ਗਏ ਨੇ ਵੀ ਆਹੀ ਹੈ ਜਿਹੜਾ ਪ੍ਰੇਮ, ਜਿਹੜਾ ਤੁਹਾਨੂੰ ਪ੍ਰੇਮ ਹੀ। ਔਰ ਗੁਰਬਾਣੀ ਵਿੱਚ ਹੋਰ ਕੀ ਕਿਹਾ? ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜੇ ਉਹਦੇ ਇਸ਼ਕ ਦੇ ਖੁਦਾ ਦੇ ਇਸ਼ਕ ਦੇ ਵਿੱਚ ਰੰਗੇ ਹੋਏ। ਸੋ ਕਹਿੰਦੇ ਵਿਸਰਿਆ ਜਿਨ ਨਾਮ ਤੇ ਭੋਏ ਪਾਰਥੀਏ। ਜਿਨ੍ਹਾਂ ਨੂੰ ਨਾਮ ਭੁੱਲ ਗਿਆ, ਜਿਨ੍ਹਾਂ ਨੂੰ ਪਰਮਾਤਮਾ ਭੁੱਲ ਗਿਆ, ਉਹ ਤਾਂ ਇਸ ਧਰਤੀ ਦੇ ਉੱਤੇ ਬੋਝ ਨੇ, ਬੋਝ ਹੀ ਨੇ। ਉਹ ਤਾਂ ਉਹਨਾਂ ਦਾ ਆਪਣਾ ਹੀ ਜੀਵਨ ਬੋਝ ਬਣਿਆ ਹੋਇਆ। ਰਿਸਰਚਸ ਦੱਸ ਨਹੀਂ ਰਹੀਆਂ ਵੀ ਕੀ ਹਾਲ ਹੈ ਸੰਸਾਰ ਦਾ ਪ੍ਰੇਮ ਤੋਂ ਬਿਨਾਂ। ਸੋ ਸੰਗਤ ਜੀ, ਇਹ ਵਨਨੈਸ ਦੀ ਫੀਲਿੰਗ ਹੋਣਾ ਹੀ ਜਿਹੜਾ ਅਸੀਂ ਪੂਰੀ ਲਵ ਦੀ ਫਾਰਮ ਵਿੱਚ ਆ ਜਾਂਦੇ ਹਾਂ, ਸੈਲਫ ਲਵ ਦੇ ਵਿੱਚ। ਪਰ ਜਿਹੜੀਆਂ ਕੁਆਲਿਟੀਜ਼ ਨੇ ਇਹਨਾਂ ਨੇ ਦੱਸੀਆਂ ਨੇ, ਅਸੀਂ ਕਰ ਲਈਏ, ਸਟੈਪਸ ਦੱਸੇ ਨੇ, ਉਹਦੇ ਵਿੱਚ ਅਸੀਂ ਚੱਲੀਏ। ਸੋ ਇਹ ਫਿਰ ਸਾਰੇ ਹੀ ਸਾਨੂੰ ਸੈਲਫ ਲਵ ਦੇ ਵਿੱਚ ਲੈ ਆਣਗੇ। ਗੁਰੂ ਮਹਾਰਾਜ ਜੀ ਕਹਿੰਦੇ ਨੇ ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ। ਕਿੰਨਾ ਤੁਸੀਂ ਇਹ ਸ਼ਬਦ ਗੁਰਬਾਣੀ ਦਾ ਸੁਣਿਆ ਹੋਇਆ। ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ, ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ। ਹੁਣ ਇਹ ਦੱਸਿਆ ਵੀ ਪਾਇਆ ਕਿਵੇਂ, ਕੀ ਕੀਤਾ? ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰ ਮੋਕੋ ਨਾਮ ਦਿਵਾਇਆ। ਸੋ ਜਿਹੜੀਆਂ ਆਪਣੀ ਔਗਣ ਸੀ, ਜਿਹੜੀਆਂ ਮੈਲਾਂ ਸੀਗੀਆਂ, ਉਹਨਾਂ ਨੂੰ ਖਤਮ ਕੀਤਾ ਹੈ। ਵੈਰੀ ਸੰਘਾਰੇ, ਜਿਹੜੇ ਮੇਰੇ ਵਿਕਾਰ ਸੀ, ਇਹਨਾਂ ਦਾ ਵੀ ਸਾਡਾ ਸੰਘਾਰ ਹੋ ਗਿਆ, ਖਤਮ ਹੋ ਗਿਆ। ਇਹ ਹੋਇਆ ਕਿਵੇਂ? ਸਤਿਗੁਰ ਮੋਕੋ ਨਾਮ ਦਿਵਾਇਆ। ਸੱਚੇ ਗੁਰੂ ਨੇ ਮੈਨੂੰ ਨਾਮ ਦਿੱਤਾ, ਉਹ ਨਾਮ ਜਪ ਕੇ, ਸੱਚੇ ਗੁਰੂ ਦੇ ਉਪਦੇਸ਼ ਲੈ ਕੇ ਫਿਰ ਇਹ ਵਿਕਾਰ ਦੂਰ ਹੋ ਗਏ, ਮੈਲਾਂ ਗੁਰੂ ਦੀ ਕਿਰਪਾ ਨਾਲ ਸਾਫ਼ ਹੋ ਗਈਆਂ, ਮੈਂ ਪ੍ਰੇਮ ਰਸ ਪਾ ਲਿਆ। ਸੋ ਪ੍ਰੇਮ ਰਸ ਹੀ ਸੈਲਫ ਲਵ ਹੈ, ਜਿਹੜਾ ਗੁਰਬਾਣੀ ਵਾਲਾ ਪ੍ਰੇਮ ਰਸ ਹੈ। ਇਹ ਉਹਦੇ ਵਿੱਚ ਹੀ ਪਰਮਾਤਮਾ ਵਿੱਚ ਹੀ ਅਭੇਦ ਹੋ ਜਾਣਾ। ਉਹਦੇ ਭਰੀਐ ਮਤ ਪਾਪਾ ਕੈ ਸੰਗ, ਉਹ ਤੋਂ ਪੈ ਨਾਵੇਂ ਕੇ ਰੰਗ। ਨਾਮ ਦੇ ਰੰਗ ਵਿੱਚ ਹੀ ਰੰਗੇ ਜਾਣਾ, ਮੈਲਾਂ ਦਾ ਸਾਫ਼ ਹੋ ਜਾਣਾ ਹੀ ਸੈਲਫ ਲਵ ਹੈ। ਕਿੰਨਾ ਕਹਿੰਦੇ ਸੈਲਫ ਲਵ ਲਈ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ ਕੀ ਕਰੀਏ? ਖੰਭ ਵੀ ਕਾਂਦੜੇ ਜੇ ਲਹਾ, ਕਿੰਨਾ ਸਾਵੀ ਤੋਲ। ਤਨ ਜੜਾਈ ਆਪਣੇ, ਲਹੋ ਸੋ ਸੱਜਣ ਟੋਲ। ਕਹਿੰਦੇ ਜੇ ਮੈਨੂੰ ਮਿਲਦੇ ਹੋਣ ਨਾ ਕਿਤੇ ਪੰਖ, ਮੁੱਲ ਮਿਲਦੇ ਹੋਣ, ਤਾਂ ਮੈਂ ਲੈ ਲਵਾਂ ਆਪਣਾ ਤਨ ਦਾ ਮੁੱਲ ਦੇ ਕੇ, ਇਹਦਾ ਮਾਸ ਦੇ ਕੇ ਮੈਂ ਮੁੱਲ ਲੈ ਲਵਾਂ ਤੇ ਆਪਣੇ ਤਨ ਨੂੰ ਉਹ ਲਾ ਲਵਾਂ, ਉਹ ਪੰਖ, ਉਹ ਖੰਭ ਲਾ ਲਵਾਂ, ਤਾਂ ਫਿਰ ਉੜ ਉੜ ਕੇ ਆਪਣੇ ਸੱਜਣ ਨੂੰ, ਆਪਣੇ ਪਿਆਰੇ ਨੂੰ ਮੈਂ ਲੱਭ ਲਵਾਂ। ਸੋ ਜਿਹੜਾ ਨਾਮ ਹੈ ਨਾ, ਇਹ ਖੰਭ ਨੇ। ਸੇਵਾ ਤੇ ਸਿਮਰਨ, ਮਹਾਂਪੁਰਖ ਬੰਦਗੀ ਵਾਲੀਆਂ ਰੂਹਾਂ ਕਹਿੰਦੀਆਂ ਨੇ, ਸੇਵਾ ਤੇ ਸਿਮਰਨ ਦੋ ਖੰਭ ਨੇ, ਦੋ ਪੰਖ ਨੇ ਰੂਹਾਨੀਅਤ ਉਡਾਰੀਆਂ ਮਾਰਨ ਦੇ ਲਈ। ਸੋ ਸੰਗਤ ਜੀ, ਹੁਣ ਜਦੋਂ ਵੀ ਨਾਮ ਜਪਣਾ, ਪ੍ਰੇਮ ਦੇ ਨਾਲ ਬੰਦਗੀ ਕਰਨੀ, ਪ੍ਰੇਮ ਦੇ ਨਾਲ। ਜਦੋਂ ਲੱਗਿਆ ਵੀ ਅਸੀਂ ਲੋਨਲੀ ਹੈ, ਕੁਛ ਵੀ ਆ ਜਿਹੜੀਆਂ ਕਮੀਆਂ ਉਹਨਾਂ ਨੇ ਦੱਸੀਆਂ, ਫਿਰ ਬਸ ਉਹਨਾਂ ਨਾਮ, ਬੰਦਗੀ, ਪ੍ਰੇਮ, ਜ਼ਿਆਦਾ ਤੋਂ ਜ਼ਿਆਦਾ ਪ੍ਰੇਮ ਵਿੱਚ। ਅੱਗੇ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, ਕੋਈ ਪ੍ਰੇਮ ਵਾਲਾ ਆਪ ਜੀ ਨੂੰ ਸ਼ਬਦ ਪਿਆਰਾ ਲੱਗਦਾ ਨਾ, ਸਾਰੀ ਬਾਣੀ ਬਹੁਤ ਪਿਆਰੀ ਹੈ, ਜਿੰਨਾ ਤੁਹਾਨੂੰ ਜ਼ਿਆਦਾ ਪ੍ਰੇਮ ਆਉਂਦਾ ਹੋਵੇ ਉਹ ਗਾਓ, ਉਹ ਗੁਣਗੁਣਾਓ, ਉਹਦੇ ਵਿੱਚ ਹੀ ਤੁਸੀਂ ਜਿਹੜਾ ਹੈ ਇੰਜੋਏ ਕਰੋ। ਆਪਣਾ ਨੇਮ ਤਾਂ ਕਰ ਲਿਆ, ਵਾਹਿਗੁਰੂ ਜਪ ਲਿਆ, ਮੂਲ ਮੰਤਰ ਕਰ ਲਿਆ। ਜਦੋਂ ਤੁਹਾਨੂੰ ਪ੍ਰੇਮ ਜਿਸ ਵੀ ਰੂਪ ਵਿੱਚ ਆਉਂਦਾ, ਕਿਸੇ ਸ਼ਬਦ ਪੜ੍ਹ ਕੇ ਜਾਂ ਆਪਣੇ ਵਿਚਾਰਾਂ ਦੇ ਨਾਲ, ਜਿਵੇਂ ਪ੍ਰੇਮ ਦੇ ਵਿੱਚ ਹੀ ਸਾਰੇ ਰਸ ਨੇ। ਪ੍ਰੇਮ ਹੀ ਰਸ ਹੈ, ਪ੍ਰੇਮ ਹੀ ਪਰਮਾਤਮਾ ਹੈ। ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਪ੍ਰੇਮ ਕਰਕੇ ਹੀ ਪੂਰੇ ਸੰਸਾਰ ਵਿੱਚ ਫੈਲਿਆ ਹੋਇਆ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ।
ਪ੍ਰੇਮ ਕਰਕੇ ਪਰਮਾਤਮਾ ਹਰ ਜਗ੍ਹਾ ਫੈਲਿਆ ਹੋਇਆ। ਸੋ ਪ੍ਰੇਮ ਪਦਾਰਥ ਨਾਮ ਹੈ ਭਾਈ। ਗੁਰੂ ਮਹਾਰਾਜ ਕਹਿੰਦੇ ਪ੍ਰੇਮ ਪਦਾਰਥ ਹੀ ਤਾਂ ਨਾਮ ਹੈ। ਸੋ ਅੱਜ ਅਸੀਂ ਸਾਰੀ ਸੰਗਤ ਦੀ ਬੇਨਤੀ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਪ੍ਰੇਮ ਰਸ ਹੈ, ਇਹ ਸਾਰੀ ਸੰਗਤ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਪਾ ਕੇ ਆਪਣਾ ਪ੍ਰੇਮ ਰਸ, ਆਪਣੇ ਨਾਮ ਦੀ ਦਾਤ ਬਖਸ਼ੋ। ਸਾਰੇ ਸੰਗਤ ਹਿਰਦਿਆਂ ਵਿੱਚ ਆਪ ਜੀ ਦੇ ਪ੍ਰੇਮ ਨੂੰ, ਪ੍ਰੇਮ ਰਸ ਨੂੰ ਅਸੀਂ ਪੁੰਜ ਪਾਈਏ। ਉਸ ਰਸ ਵਿੱਚ ਅਸੀਂ ਵੀ ਡੁਬਕੀਆਂ ਮਾਰੀਏ। ਐਸੀਆਂ ਰਹਿਮਤਾਂ ਕਰੋ ਦਾਤਾ ਜੀ। ਸਾਡੀਆਂ ਸਾਰੀਆਂ ਸੰਗਤਾਂ ਦੀਆਂ ਭੁੱਲਾਂ, ਗਲਤੀਆਂ, ਸਾਡੇ ਔਗਣ, ਸਾਡੀਆਂ ਮੈਲਾਂ, ਸਾਡੇ ਗੁਨਾਹ, ਸਾਡਾ ਸਾਨੂੰ ਸੰਗਤ ਨੂੰ ਬਖਸ਼ ਕੇ ਆਪਣੇ ਪ੍ਰੇਮ ਵਿੱਚ, ਆਪਣੇ ਰੰਗ ਵਿੱਚ ਸਾਨੂੰ ਰੰਗ ਲਓ ਜੀ। ਸੋ ਸੰਗਤ ਜੀ, ਹੋਈਆਂ ਬੇਅੰਤ ਭੁੱਲਾਂ, ਗਲਤੀਆਂ ਤੁਸੀਂ ਬਖਸ਼ ਦੇਣੀਆਂ। ਹਮੇਸ਼ਾ ਹੀ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ। ਤੁਹਾਡੀਆਂ ਹੀ ਅਸੀਸਾਂ ਸੰਗਤ ਜੀ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਤੁਹਾਡੇ ਚਰਨਾਂ ਦੇ ਵਿੱਚ ਬਿਠਾ ਲੈਂਦੇ ਨੇ। ਸੋ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।